श्री वाहिगुरु जी। मन मंदर तन वेस कलंदर, कटही तीरथ नहमा। एक शब्द मेरे प्राण वस्त है, बहुड़ जन्म न आवा। हर बेअंत हो मित कर वरनु, क्या जानो होए कैसो रे। करूं बेनती सतगुर अपने, मैं मूरख देहो उपदेसो रे। मैं मूरख की केतक बात है, कोट पराधी तरियारे। गुरु नानक जिन सुनिया पेखिया, से फिर गर्भास ना परियारे। सतनाम श्री वाहिगुरु जी। राग सोही बाणी श्री रविदास जियो की। एक ओंकार सतगुर प्रसाद, सैकी सार सुहागन जानै। तज अभिमान सुख रलियां मानै। सैकी सार सुहागन जानै, तज अभिमान सुख रलियां मानै। तन मन दे न अंतर राखै, अबरा देख न सुनै अपाखै। सोकत जानै पीर पराई, जाकै अंतर दर्द न पाई। रहाउ दुखी दुहागन दोए पखहीनी, जिन नाहा निरंतर भगत न कीनी। पुर सलात का पंथ दुहेला, संग न साथी गवन इकेला। दुखिया दर्द बंद दरियाया, बहुत प्यास जवाब ना पाया। कह रविदास सरन प्रभ तेरी, ज्यों जानो त्यों गत त्यों कर गत मेरी। दुखिया दर्द बंद दरियाया, बहुत प्यास जवाब न पाया। कह रविदास सरन प्रभ तेरी, जो जानो त्यों कर गत मेरी।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਸੁਭਾਈਮਾਨ ਹੋਏ ਬੈਠੇ ਸਤਸੰਗੀ ਜਨੋ, ਮਨੁੱਖ ਨੂੰ ਜ਼ਿੰਦਗੀ ਬਸਰ ਕਰਨ ਵਾਸਤੇ, ਜਿਉਣ ਵਾਸਤੇ ਦੋ ਤਰ੍ਹਾਂ ਦਾ ਗਿਆਨ ਚਾਹੀਦਾ ਹੈ। ਇੱਕ ਅੰਦਰ ਦਾ ਤੇ ਇੱਕ ਬਾਹਰ ਦਾ। ਇੱਕ ਕਿਰਤ ਦੀ ਸੋਝੀ, ਇੱਕ ਕੀਰਤੀ ਦੀ ਸੋਝੀ। ਕਿਉਂਕਿ ਸਿੱਖੀ ਦੇ ਅੰਦਰ ਕਿਰਤ ਨੂੰ ਦਰਕਿਨਾਰ ਨਹੀਂ ਕੀਤਾ ਗਿਆ ਤੇ ਕੀਰਤੀ ਤੋਂ ਬਿਨਾਂ ਜੀਵਨ ਸਫਲਾ ਨਹੀਂ ਹੈ। ਦੋਨੋਂ ਚੀਜ਼ਾਂ ਚਾਹੀਦੀਆਂ। ਕਿਉਂਕਿ ਗੁਰੂ ਮਹਾਰਾਜ ਨੇ ਸਪਸ਼ਟ ਕਹਿ ਦਿੱਤਾ, ਉਦਮ ਕਰੇਂਦਿਆਂ ਜਿਉ ਤੂੰ, ਕੰਮਾਂ ਮੰਦਿਆਂ ਸੁਖ ਪਹੁੰਚ, ਤਿਹਾਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਦ। ਇੱਕ ਰਸਤਾ ਹੈ ਕਿਰਤ ਦਾ, ਕੰਮ ਦਾ, ਜੋ ਅਸੀਂ ਸਰੀਰ ਦੀ ਰੋਜੀ ਵਾਸਤੇ ਕਰਨਾ ਹੈ, ਰੋਟੀ ਵਾਸਤੇ, ਜੋ ਸਰੀਰ ਦੀਆਂ ਜ਼ਰੂਰਤਾਂ ਵਾਸਤੇ ਕਰਨਾ, ਉਹਨੂੰ ਕਹਿੰਦੇ ਨੇ ਕਿਰਤ। ਕਿਰਤ ਕਰਨੀ। ਜੋ ਆਪਣੀ ਮਨ ਦੀ ਚਿੰਤਾ, ਝੋਰੇ, ਡਿਪਰੈਸ਼ਨ ਤੋਂ ਬਚਣ ਵਾਸਤੇ ਕਰਨਾ ਹੈ, ਉਹ ਹੈ ਚਿੰਤਨ। ਉਹਨੂੰ ਕਹਿੰਦੇ ਨੇ ਕੀਰਤੀ, ਸਿਵਸਲਾ, ਵਡਿਆਈ। ਗੁਰਬਾਣੀ ਨੇ ਬੜੀ ਕਿਰਪਾ ਕੀਤੀ ਕਿ ਸਾਨੂੰ ਹਰ ਪੱਖ ਦਾ ਗਿਆਨ ਦਿੱਤਾ। ਮਨ ਨੂੰ ਚਿੰਤਾ ਤੋਂ ਰਹਿਤ ਕਰਨ ਦੀ ਗੱਲ ਸੀ ਤਾਂ ਗੁਰਬਾਣੀ ਦਾ ਸਾਰਾ ਗਿਆਨ ਅਸਪਰਥਾਏ, ਤੇ ਨਾਲ ਤਨ ਨੂੰ ਰੋਜੀ ਕਮਾਉਣ ਵਾਸਤੇ ਮਨੁੱਖ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਤੂੰ ਰੋਜੀ ਵੀ ਕਮਾਣੀ ਹੈ, ਰੋਟੀ ਵਾਸਤੇ ਵੀ ਉਹ ਉਦਮਸ਼ੀਲ ਹੋਣਾ। ਪਰ ਆਪਾਂ ਇਸ ਗਿਆਨ ਨੂੰ ਕਿਵੇਂ ਗ੍ਰਹਿਣ ਕਰੀਏ? ਕਿਉਂਕਿ ਅੱਜ ਸਾਡੇ ਸਮਾਜ ਵਿੱਚ ਇਹ ਸਮੱਸਿਆ ਹੈ ਕਿ ਜਿਹੜਾ ਗਿਆਨ ਹੈ ਉਹ ਹੈ ਤਾਂ ਸਾਡੀ ਉન્નਤੀ ਵਾਸਤੇ, ਤਰੱਕੀ ਵਾਸਤੇ ਹੈ ਜੀ। ਪਰ ਕਈ ਵਾਰੀ ਜਦੋਂ ਅਸੀਂ ਉਹਨੂੰ ਗੱਲ ਕਰਦੇ ਹਾਂ, ਗੁਰਦੁਆਰਿਆਂ ਵਿੱਚ ਵਿਚਾਰਦੇ ਹਾਂ, ਤੇ ਕਈ ਵਾਰੀ ਉਹ ਸਾਡੇ ਸਿਰ ਤੋਂ ਉੱਪਰੋਂ ਲੰਘ ਜਾਂਦਾ ਹੈ। ਇੱਕ ਹੋਰ ਮੈਂ ਬੇਨਤੀ ਕਰਾਂ, ਗਿਆਨ ਮੱਥਾ ਟੇਕਣ ਵਾਸਤੇ ਨਹੀਂ ਹੁੰਦਾ, ਗਿਆਨ ਜਿਹੜਾ ਜ਼ਿੰਦਗੀ ਜਿਉਣ ਵਾਸਤੇ ਚਾਹੀਦਾ। ਜਿਵੇਂ ਕੰਧ ਤੇ ਲਿਖਿਆ ਹੁੰਦਾ ਨਾ, ਕੋਈ ਵੀ ਗੱਲ ਕੰਧ ਤੇ ਲਿਖੀ ਹੈ ਤੇ ਕਈ ਵਾਰੀ ਕਹਿੰਦੇ ਕੰਧਾਂ ਦੇ ਉੱਤੇ ਬੜੀਆਂ ਚੰਗੀਆਂ ਗੱਲਾਂ ਵੀ ਲਿਖੀਆਂ ਹੁੰਦੀਆਂ, ਪਰ ਉਹ ਤਾਂ ਚੰਗੀਆਂ ਜੇ ਮੰਨੀਆਂ ਜਾਣ, ਨਹੀਂ ਤੇ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ, ਉਹਨਾਂ ਦੀ ਕੋਈ ਇੰਪੋਰਟੈਂਸ ਨਹੀਂ ਹੈ ਜੇ ਉਹ ਗੱਲਾਂ ਨਹੀਂ ਮੰਨੀਆਂ ਜਾ ਰਹੀਆਂ। ਇਸ ਕਰਕੇ ਗਿਆਨ ਦੇ ਨਾਲ ਗ੍ਰੰਥ ਭਰੇ ਪਏ ਨੇ, ਸਾਰੇ ਗ੍ਰੰਥਾਂ 'ਚ ਗਿਆਨ ਹੀ ਹੈ। ਪਰ ਆਪਾਂ ਇਸ ਗਿਆਨ ਨੂੰ ਸਰਲ ਭਾਸ਼ਾ ਦੇ ਵਿੱਚ ਇੱਕ ਦੂਜੇ ਨਾਲ ਸਾਂਝਾ ਕਰੀਏ। ਇਹੀ ਉਦਮ ਹੈ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਿ ਜੋ ਗੁਰਬਾਣੀ ਦਾ ਗਿਆਨ ਹੈ, ਅਜੋਕੇ ਸਮੇਂ ਦੇ ਵਿੱਚ ਅਸੀਂ ਉਸ ਗਿਆਨ ਨੂੰ ਕਿਵੇਂ ਕਮਾਈਏ। ਮੈਂ ਕਈ ਵਾਰੀ ਬੇਨਤੀ ਕਰਦਾ ਹਾਂ ਕਿ ਜਿਵੇਂ 5 ਸਾਲ ਦਾ ਬਣਿਆ ਹੋਇਆ ਕੋਟ 20 ਸਾਲ ਦੀ ਉਮਰ 'ਚ ਨਹੀਂ ਆਉਂਦਾ, ਇਸ ਤਰ੍ਹਾਂ ਹੀ ਸਾਨੂੰ ਸਮਾਂ ਸਿਰ ਗਿਆਨ ਨੂੰ ਸਹੀ ਵਰਤਣ ਦੀ ਲੋੜ ਹੈ, ਗਿਆਨ ਨੂੰ ਵਿਚਾਰਨ ਦੀ ਲੋੜ ਹੈ। ਕਿਉਂਕਿ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਸਮਾਂ ਸਿਰ ਚੇਂਜ ਹੋ ਜਾਂਦੀਆਂ, ਪਰ ਅੰਦਰ ਦੀ ਕੋਈ ਵਿਚਾਰਧਾਰਾ ਹਮੇਸ਼ਾ ਇੱਕ ਰਹਿੰਦੀ ਹੈ। ਸਿਚੁਏਸ਼ਨ ਚੇਂਜ ਹੋ ਸਕਦੀ ਹੈ, ਪ੍ਰੋਬਲਮ ਵੱਖ ਹੋ ਸਕਦੀਆਂ, समय अनुसार बहुत सारियां तब्दीलियां हो जानियां। तो सानू उस ज्ञान नू उस ढंग दे नाल विचारना चाहिए।
ਤਾਂ ਕਿ ਸਾਡੇ ਜੀਵਨ ਦੇ ਵਿੱਚ ਉਹ ਗਿਆਨ ਜਿਹੜਾ ਹੈ ਉਹ ਸਹੀ ਹੋਵੇ। ਸੋ ਆਓ ਜਿਹੜਾ ਅੱਜ ਦਾ ਸ਼ਬਦ ਆਪਾਂ ਸੰਗਤੀ ਰੂਪ ਦੇ ਵਿੱਚ, ਮੰਗਲਾਚਰਨ ਦੇ ਰੂਪ ਦੇ ਵਿੱਚ ਸੰਗਤ ਨੂੰ ਸਰਵਣ ਕਰਾਇਆ। ਅਸੀਂ ਸਾਰਿਆਂ ਨੇ ਸ਼ਬਦ ਸੁਣਿਆ। ਸੋਹੀ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਪਾਵਨ ਅੰਕ 793 ਦੇ ਉੱਤੇ ਇਹ ਪਾਵਨ ਸ਼ਬਦ ਦਰਜ ਹੈ। ਦਾਸ ਕਈ ਵਾਰੀ ਇਸ ਤਰ੍ਹਾਂ ਵੀ ਸੰਗਤ ਦੇ ਨਾਲ ਵਚਨ ਸਾਂਝੇ ਕਰਦਾ ਹੈ ਕਿ ਅਸਲ ਦੇ ਵਿੱਚ ਇਹ ਜਿਹੜਾ ਗਿਆਨ ਹੈ ਇਹ ਪੈਤੀ ਮਹਾਂਪੁਰਖਾਂ ਦਾ ਉਹ ਤਜਰਬਾ ਹੈ ਜਿਹੜਾ ਉਹਨਾਂ ਨੇ ਮਨੁੱਖੀ ਜੀਵਨ 'ਚ ਹੰਢਾਇਆ। ਅਸੀਂ ਅੱਜ ਜਦੋਂ ਦੇਖਦੇ ਹਾਂ ਨਾ, ਜਿਹੜੇ ਲੋਕ ਸਾਨੂੰ ਫੀਲਡ ਦੀਆਂ ਗੱਲਾਂ ਦੱਸਦੇ ਨੇ, ਕਾਰੋਬਾਰ ਕਿਵੇਂ ਕਰਨਾ ਹੈ, ਬਿਜ਼ਨਸ ਕਿਵੇਂ ਕਰਨਾ ਹੈ, ਨੌਕਰੀ ਵਾਸਤੇ ਕਿਵੇਂ ਤਿਆਰੀ ਕਰਨੀ ਹੈ, ਜਦੋਂ ਦਾਸ ਦੇਖਦਾ ਅਜੋਕੇ ਸਮੇਂ ਦੇ ਵਿੱਚ ਖਾਸ ਕਰਕੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ YouTube ਤੋਂ ਸਭ ਤੋਂ ਜ਼ਿਆਦਾ ਰਿਸਰਚ ਕਰਦੀ ਹੈ ਕਿ ਅਸੀਂ ਜੋ ਫੀਲਡ ਦੇ ਵਿੱਚ ਕਿਵੇਂ ਵਿਚਰਨਾ। ਉਸ ਦੀਆਂ ਜਿਹੜੀਆਂ ਪ੍ਰੋਬਲਮਾਂ ਨੇ ਉਹਨਾਂ ਨੂੰ ਅੱਜ ਨੌਜਵਾਨ ਪੀੜ੍ਹੀ YouTube ਤੋਂ, ਗੂਗਲ ਤੋਂ ਲੱਭਣ ਦਾ ਯਤਨ ਕਰਦੀ ਵੀ ਸਾਡੀ ਜਿਹੜੀਆਂ ਪ੍ਰੋਬਲਮ ਹੱਲ ਹੋ ਸਕਣ। ਪਰ ਉਹ ਗਿਆਨ ਜੋ ਅਸੀਂ ਸੁਣਦੇ ਹਾਂ, ਜਦੋਂ ਤੱਕ ਉਸ ਦੇ ਨਾਲ ਅੰਦਰ ਦਾ ਗਿਆਨ ਨਹੀਂ ਜੁੜਦਾ ਤੇ ਉਹ ਅਧੂਰਾ ਗਿਆਨ ਹੈ, ਸਾਨੂੰ ਪੂਰਾ ਨਹੀਂ ਕਰ ਸਕਦਾ। ਸਾਨੂੰ ਕਿਰਤ ਵਾਸਤੇ ਤਾਂ ਪ੍ਰੇਰਨਾ ਕਰ ਸਕਦਾ ਹੈ, ਪਰ ਰੱਬ ਦੀ ਸਿਫਤ ਸਲਾਹ ਨਹੀਂ ਕਰਾਂਗੇ ਤੇ ਚਿੰਤਾਵਾਂ ਪਿੱਛਾ ਨਹੀਂ ਛੱਡਣਗੀਆਂ। ਸਾਡੇ ਡਿਪਰੈਸ਼ਨ ਦੇ ਅੱਜ ਜਿਹੜੇ ਲੋਕ ਸ਼ਿਕਾਰ ਨੇ, ਜਾਂ ਅੱਜ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਪ੍ਰੋਬਲਮਾਂ ਸਮਾਜ 'ਚ ਆ ਰਹੀਆਂ ਨੇ, ਇਸ ਕਰਕੇ ਇਹ ਜਿਹੜਾ ਗਿਆਨ ਹੈ ਉਹਨਾਂ 35 ਮਹਾਂਪੁਰਖਾਂ ਦੇ ਤਜਰਬੇ ਨੇ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਨਾਲ ਸੁਰਤ ਜੋੜ ਕੇ ਸਾਡੇ ਸਮਕਸ਼ ਰੱਖੇ। ਅਸੀਂ ਬੜੇ ਬੜੇ ਪੈਸੇ ਦੇ ਕੇ ਅਸੀਂ ਲੋਕਾਂ ਨੂੰ ਸੁਣਨ ਵਾਸਤੇ, ਦੁਨਿਆਵੀ ਗਿਆਨ ਵਾਸਤੇ ਜਾਂਦੇ ਹਾਂ, ਉਹਨਾਂ ਦੀ ਮੀਟਿੰਗਾਂ ਅਟੈਂਡ ਕਰਦੇ ਹਾਂ, ਪਰ ਜੇ ਇਹ ਗਿਆਨ ਆਪਾਂ ਫਰੀ 'ਚ ਮਿਲ ਰਿਹਾ ਪਰ ਕਦਰ ਨਹੀਂ ਹੈ। ਇਹੀ ਗੱਲ ਹੈ ਨਾ ਵੀ ਗੁਰਦੁਆਰਿਆਂ ਵਿੱਚ ਸੰਗਤ ਨਹੀਂ ਆਉਂਦੀ, ਉਹਦੇ ਕਾਰਨ ਤਾਂ ਇਹ ਹੈ ਨਾ ਵੀ ਫਰੀ 'ਚ ਮਿਲ ਰਿਹਾ, ਕੋਈ ਪੈਸੇ ਨਹੀਂ ਦੇਣੇ ਪੈ ਰਹੇ। ਇਸ ਕਰਕੇ ਇਸ ਗਿਆਨ ਦੀ ਅਸੀਂ ਕਦਰ ਨਹੀਂ ਕਰ ਰਹੇ। ਉਹਨਾਂ 35 ਮਹਾਂਪੁਰਖਾਂ ਦੇ ਤਜਰਬੇ ਜਿਹੜੇ ਨੇ ਉਹਨਾਂ ਦੀ ਵੈਲਿਊ ਨਹੀਂ ਸਮਝ ਰਹੇ ਸੀ, ਉਹਨਾਂ ਦੀ ਕਦਰ ਨਹੀਂ ਕਰ ਪਾ ਰਹੇ। ਕਈ ਵਾਰੀ ਮੈਨੂੰ ਹੁੰਦਾ ਕਿ ਉਹਨਾਂ ਨੇ ਕਿਤਨਾ ਉੱਚਾ ਜੀਵਨ ਜੀਵਿਆ, ਉਹਨਾਂ ਨੇ ਜਿਹੜੇ ਸਾਡੇ ਜੀਵਨ ਨੂੰ ਸੁਖੀ ਕਰਨ ਵਾਸਤੇ ਆਪਣੇ ਅਨੁਭਵ ਬਾਣੀ ਰਾਹੀਂ ਪ੍ਰਗਟ ਕੀਤੇ। ਉਹਨਾਂ ਨੂੰ ਇੱਕ ਤਾਂ ਇੱਜ਼ਤ ਦੇਣ ਦੀ, ਕਦਰ ਕਰਨ ਦੀ, ਕਦਰ ਦੇ ਨਾਲ ਸਭ ਤੋਂ ਜ਼ਿਆਦਾ ਲੋੜ ਹੈ ਕਮਾਉਣ ਦੀ। ਕਦਰ ਤਾਂ ਅਸੀਂ ਕਰਦੇ ਹਾਂ, ਮੱਥਾ ਟੇਕਦੇ ਹਾਂ ਉਸ ਗਿਆਨ ਨੂੰ ਆ ਕੇ, ਇਹ ਕਦਰ ਹੀ ਹੈ। ਰੁਮਾਲਾ ਪੇਟਾ ਕਰਦੇ, ਇਹ ਕਦਰ ਹੀ ਉਸ ਗਿਆਨ ਦੀ ਹੈ ਜੀ, ਇਹ ਕਦਰ ਹੀ ਹੈ। ਚੋਰ ਸਾਹਿਬ ਕਰਦੇ, ਇਹ ਕਦਰ ਹੀ ਉਸ ਗਿਆਨ ਦੀ। ਸੋਹਣੇ ਅਸੀਂ ਜੋ ਚਬਰ ਛੱਤ ਤਖਤ ਦੇ ਮਾਲਕ ਕਹਿੰਦੇ ਨੇ ਸਤਿਗੁਰੂ ਨੂੰ, ਇਹ ਸਾਰੇ ਉਸ ਦੀ ਕਦਰ ਹੈ। ਪਰ ਗੁਰੂ ਮਹਾਰਾਜ ਕਦੋਂ ਖੁਸ਼ ਹੋਣਗੇ? ਜਦੋਂ ਅਸੀਂ ਉਸ ਗਿਆਨ ਨੂੰ ਅਪਣਾ ਲਵਾਂਗੇ। ਕੱਲੇ ਮੇਰੇ ਰੁਮਾਲੇ ਦੇਣ ਦੇ ਨਾਲ, ਕੱਲੇ ਮੇਰੇ ਮੱਥੇ ਟੇਕਣ ਦੇ ਨਾਲ, ਕੱਲੇ ਮੇਰੇ ਚੋਰ ਸਾਹਿਬ ਭੇਟਾ ਕਰਨ ਦੇ ਨਾਲ ਗੁਰੂ ਸਾਹਿਬ ਖੁਸ਼ ਨਹੀਂ ਹੋਣਗੇ। ਤੁਹਾਡਾ ਪਿਤਾ, ਤੁਹਾਡੀ ਮਾਂ, ਸਾਡੀ ਸਭਨਾਂ ਦੇ ਘਰ ਜੋ ਮਾਤਾ ਪਿਤਾ ਨੇ, ਵੱਡੇ ਨੇ, ਉਦੋਂ ਖੁਸ਼ ਹੁੰਦੇ ਨੇ ਜਦੋਂ ਉਹਨਾਂ ਦੀ ਗੱਲ ਨੂੰ ਉਹਨਾਂ ਦਾ ਪੁੱਤਰ, ਉਹਨਾਂ ਦੀ ਧੀ ਮੰਨਦੀ ਹੈ। ਉਹ ਨਹੀਂ ਖੁਸ਼ ਹੁੰਦੇ ਕਿ ਪੁੱਤਰ ਮੱਥਾ ਟੇਕਦਾ ਤੇ ਜੇ ਮਾਂ ਨੇ ਕਿਹਾ ਬੇਟਾ ਇੱਕ ਗਲਾਸ ਪਾਣੀ ਦੇ ਦੇ, ਉਸ ਵੇਲੇ ਮੁਕਰ ਗਿਆ ਜਾਂ ਕੱਲ ਨੂੰ ਅਨਸੁਣੀ ਕਰਕੇ ਬਾਹਰ ਨਿਕਲ ਜਾਂਦਾ ਘਰ ਤੋਂ, ਤੇ ਮਾਂ ਖੁਸ਼ ਨਹੀਂ ਹੋਏਗੀ। ਪਿਤਾ ਨੇ ਗਲਾਸ ਪਾਣੀ ਮੰਗਿਆ, ਜੇ ਗਲਾਸ ਪਾਣੀ ਨਹੀਂ ਦਿੱਤਾ ਗਿਆ ਤੇ ਮੱਥਾ ਟੇਕਣ ਵਾਲਾ ਪੁੱਤ ਖੁਸ਼ ਨਹੀਂ ਹੋਏਗਾ ਪਿਤਾ ਉਸ ਦੇ ਉੱਤੇ। ਇਹ ਵਿਚਾਰ ਸਾਨੂੰ ਵਿਚਾਰਨੀ ਚਾਹੀਦੀ ਹੈ। ਇਸ ਕਰਕੇ ਮੈਂ ਸੌਖੀ ਗੱਲਾਂ ਕਰ ਰਿਹਾ ਕਿ ਸਾਨੂੰ ਇਹ ਜਿਹੜਾ ਗਿਆਨ ਹੈ ਇਹ ਸਾਡੇ ਜੀਵਨ ਦਾ ਆਧਾਰ ਬਣ ਸਕੇ। ਗੁਰਮਤ ਜਿਹੜੀ ਹੈ ਨਾ ਉਹ ਸਾਡੇ ਜੀਵਨ ਨੂੰ ਸੌਖਾ ਬਣਾਉਣ ਦਾ ਇੱਕ ਢੰਗ ਹੈ, ਤਰੀਕਾ ਹੈ। ਕੱਲਾ ਕੀਰਤਨ ਕਰਨ ਵਾਸਤੇ, ਕੱਲਾ ਕਥਾ ਕਰਨ ਵਾਸਤੇ, ਕੱਲੀ ਪਾਠ ਪੂਜਾ ਕਰਨ ਵਾਸਤੇ, ਕੱਲਾ ਆਨੰਦ ਕਾਰਜ ਕਰਾਉਣ ਵਾਸਤੇ, ਉਠਾਲੇ ਕਰਨ ਵਾਸਤੇ ਗਿਆਨ ਨਹੀਂ ਹੈ, ਜਿੱਥੇ ਤੱਕ ਅਸੀਂ ਸੀਮਿਤ ਕਰ ਦਿੱਤਾ ਹੈ। ਸੋ ਆਓ ਇਸ ਸ਼ਬਦ ਵਿੱਚ ਭਗਤ ਜੀ ਨੇ ਜਿਹੜੀ ਗੱਲਾਂ ਸਾਡੇ ਸਾਹਮਣੇ ਰੱਖੀਆਂ, ਉਹ ਕਹਿੰਦੇ ਸੋਕਤ ਜਾਣੈ ਪੀਰ ਪਰਾਈ, ਜਾਕੈ
अंतर दर्द ना पाई। ये शब्द थोड़ा विचारना आपां। परमात्मा की भगती वास्ते ਉਹਦੇ ਦਰ ਤੇ ਆਪਾਂ ਮੰਗ ਕਰਨੀ ਹੈ। ਔਰ ਅੰਦਰ ਇਹ ਜਿਹੜੀ ਵਿਛੋੜੇ ਦੀ ਸੱਲ ਹੈ, ਪੀੜਾ ਹੈ, ਇਹਨੂੰ ਅਹਿਸਾਸ ਕਰਕੇ ਜਾਣਾ। ਅੱਜ ਦੇ ਸ਼ਬਦ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਸੱਚਿਓ ਅਸੀਂ ਵਿਛੜੇ ਹੋਏ ਹਾਂ। ਜੇ ਸਾਨੂੰ ਇਹ ਗੱਲ ਪੂਰੀ ਜ਼ਿੰਦਗੀ ਨਹੀਂ ਸਮਝ ਆਈ ਨਾ ਤਾਂ ਮਾਫ ਕਰਨਾ, ਫਿਰ ਗੁਰਮਤ ਨੂੰ ਪੜ੍ਹਨ ਦਾ, ਪਾਠ ਕਰਨ ਦਾ ਕੋਈ ਲਾਭ ਨਹੀਂ ਹੋਇਆ, ਨਾ ਹੋਣਾ। ਆਓ ਅੱਜ ਦੇ ਸ਼ਬਦ ਨੂੰ ਆਪਾਂ ਵਿਚਾਰੀਏ ਸਾਰੇ। ਆਪ ਪਿਆਰ ਬਖਸ਼ੋ, ਗੁਰਮੰਤਰ ਦੀ ਸਾਂਝ ਕਰੋ, ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਭਗਤ ਰਵਿਦਾਸ ਜੀ ਨੇ ਇੱਕ ਗੱਲ ਨੂੰ ਸਾਡੇ ਸਮਕਸ਼ ਰੱਖਿਆ। ਕਹਿਣ ਲੱਗੇ, ਕੌਣ ਜਾਣੈ ਪੀਰ ਪਰਾਈ, ਜਾਕੈ ਅੰਦਰ ਦਰਦ ਨਾ ਪਾਈ ਰਹਾਓ। ਆਖਣ ਲੱਗੇ, ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਦੇ ਵਿਛੋੜੇ ਦੀ ਸੱਲ ਨਹੀਂ, ਪੀੜਾ ਨਹੀਂ, ਦਰਦ ਨਹੀਂ, ਉਹ ਵਿਛੋੜੇ ਦਾ ਅਹਿਸਾਸ ਨਹੀਂ। ਇਹ ਤਾਂ ਗੱਲ ਸਾਨੂੰ ਮੰਨਣੀ ਪਏਗੀ ਕਿ ਅਸੀਂ ਵਿਛੜੇ ਹੋਏ ਹਾਂ। ਔਰ ਵਿਛੋੜਿਆ ਰੱਬ ਨੇ ਨਹੀਂ, ਸਾਡੇ ਕੀਤੇ ਹੋਏ ਕੰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਾਂ ਮਹਾਰਾਜ ਕਹਿੰਦੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕੀਤੇ ਹੋਏ ਕਰਮਾਂ ਕਰਕੇ ਅਸੀਂ ਵਾਹਿਗੁਰੂ ਜੀ ਨਾਲੋਂ ਵਿਛੜ ਗਏ ਹਾਂ। ਇਹ ਤਾਂ ਸਾਨੂੰ ਮੰਨਣਾ ਪਏਗਾ। ਪਰ ਜਦੋਂ ਤੱਕ ਸਾਡੇ ਅੰਦਰ ਵਿਛੋੜੇ ਦੀ ਇਹ ਪੀੜਾ ਸਮਝ ਨਹੀਂ ਆ ਰਹੀ, ਦੇਖੋ ਸਭ ਤੋਂ ਵੱਡਾ ਦੁੱਖ ਗੁਰਬਾਣੀ 'ਚ ਲਿਖਿਆ ਹੈ, ਇੱਕ ਵਿਛੋੜਾ ਇੱਕ ਦੁੱਖ ਭੁੱਖ। ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ। ਭਾਵੇਂ ਉਹ ਪਤੀ ਪਤਨੀ ਦਾ ਵਿਛੋੜਾ ਹੋਵੇ, ਪਿਤਾ ਪੁੱਤਰ ਦਾ ਵਿਛੋੜਾ ਹੋਵੇ, ਗੁਰੂ ਦਾ ਤੇ ਸਿੱਖ ਦਾ ਵਿਛੋੜਾ ਹੋਵੇ, ਪਰਮਾਤਮਾ ਦਾ ਤੇ ਸਾਡੀ ਜੀਵ ਆਤਮਾ ਦਾ ਵਿਛੋੜਾ ਹੋਵੇ, ਉਸ ਤੋਂ ਵੱਡਾ ਹੋਰ ਕੋਈ ਦੁੱਖ ਦੁਨੀਆ ਵਿੱਚ ਨਹੀਂ ਹੈ। ਇਹ ਸਾਨੂੰ ਮੰਨਣਾ ਪਏਗਾ। ਮਿਲਾਪ ਹੀ ਸੁੱਖ ਹੈ। ਕਦੇ ਵੀ ਵੇਖੋਗੇ ਨਾ, ਮਿਲਾਪ ਦੇ ਵਿੱਚੋਂ ਸੁੱਖ ਮਿਲਦਾ। ਵਿਛੋੜੇ ਵਿੱਚ ਕਦੀ ਕਿਸੇ ਨੂੰ ਸੁੱਖ ਪ੍ਰਾਪਤ ਅੱਜ ਤੱਕ ਨਹੀਂ ਹੋਇਆ, ਨਾ ਹੋ ਸਕਦਾ। ਅਸੀਂ ਵਿਛੜੇ ਹੋਏ ਹਾਂ, ਪਰ ਸੁੱਖ ਦੀ ਤਾਂਘ ਰੱਖਦੇ ਹਾਂ, ਇੱਛਾ ਰੱਖਦੇ ਹਾਂ, ਇਸ ਕਰਕੇ ਅਸੀਂ ਪੂਰੀ ਜ਼ਿੰਦਗੀ ਸੁਖੀ ਨਹੀਂ ਹੋ ਪਾਉਂਦੇ। ਇਹੀ ਕਾਰਨ ਹੈ ਨਾ। ਮੇਰੇ ਗਿਆਨ 'ਚ ਵਾਧਾ ਕਰ ਦਿਓ। ਤੁਸੀਂ ਇਸ ਚੀਜ਼ ਨੂੰ ਤੇ ਅਨੁਭਵ ਕੀਤਾ ਹੋਏਗਾ ਨਾ, ਖਾਸ ਕਰਕੇ ਇੱਕ ਮਾਂ ਨੇ, ਇੱਕ ਪਿਓ ਨੇ, ਕਿ ਜਦੋਂ ਉਸਦਾ ਬੱਚਾ ਕਿਤੇ ਦੂਰ ਚਲਾ ਜਾਂਦਾ ਹੈ ਤੇ ਉਹ ਰੋਂਦੀ ਬੈਠ ਕੇ। ਉਹ ਵਿਛੋੜੇ ਦਾ ਅਹਿਸਾਸ ਹੈ ਮਾਂ ਨੂੰ। ਪੁੱਤਰ ਬਾਹਰ ਚਲਾ ਗਿਆ, ਵਿਦੇਸ਼ ਚਲਾ ਗਿਆ, ਪਤੀ ਵਿਦੇਸ਼ ਚਲਾ ਗਿਆ, ਉਸ ਵਿਛੋੜੇ ਦੀ ਪਤਨੀ ਨੂੰ ਅੰਦਰ ਇੱਕ ਦਰਦ ਹੈ, ਉਹ ਮਹਿਸੂਸ ਕਰਦੀ ਹੈ। ਪਰ ਅਸੀਂ ਕਿਤਨੇ ਹਾਂ ਜਿਹੜੇ ਕਿ ਅਕਾਲ ਪੁਰਖ ਵਾਹਿਗੁਰੂ ਦੇ ਵਿਛੋੜੇ ਦੀ ਪੀੜਾ ਨੂੰ ਅਸੀਂ ਹਿਰਦੇ ਵਿੱਚ ਅਨੁਭਵ ਕਰਦੇ ਹਾਂ। ਔਰ ਇਹ ਗੱਲ ਮੰਨਣ ਵਾਸਤੇ ਤਿਆਰ ਹਾਂ, ਸੱਚੇ ਪਾਤਸ਼ਾਹ ਅਸੀਂ ਤੇਰੇ ਨਾਲੋਂ ਵਿਛੜੇ ਹੋਏ ਹਾਂ। ਭਗਤ ਰਵਿਦਾਸ ਜੀ ਇਸ ਗੱਲ ਨੂੰ ਹੀ ਅੱਜ ਸਾਡੇ ਸਾਹਮਣੇ ਰੱਖ ਰਹੇ ਨੇ। ਕਹਿਣ ਲੱਗੇ, ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਦੇ ਵਿਛੋੜੇ ਦੀ ਪੀੜ ਨਹੀਂ, ਸੱਲ ਨਹੀਂ, ਉਹ ਹੋਰ ਨਾ ਗੁਰਮੁਖ ਸੁਹਾਗਨਾਂ ਦੇ ਦਿਲ ਦੀ ਇਹ ਪੀੜ ਕਿਵੇਂ ਸਮਝ ਸਕਦੀ ਹੈ। ਭਾਈ ਗੁਰਦਾਸ ਜੀ ਕੀ ਨਾਮ, ਭਾਈ ਵੀਰ ਸਿੰਘ ਹੁਣਾਂ ਨੇ ਨਾ ਜਦੋਂ ਆਪਣੀ ਕਵਿਤਾਵਾਂ ਲਿਖੀਆਂ ਤੇ ਉਹਨਾਂ ਨੇ ਸਾਧ ਭਾਸ਼ਾ ਵਿੱਚ, ਸੌਖੀ ਭਾਸ਼ਾ ਵਿੱਚ ਆਪਣੀ ਕਵਿਤਾ ਵਿੱਚ ਗੁਰਬਾਣੀ ਦੇ ਮੈਸੇਜ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਜਿਵੇਂ ਭਾਈ ਗੁਰਦਾਸ ਜੀ ਨੇ 12 ਲਿਖ ਕੇ ਗੁਰਮਤਿ ਗਿਆਨ ਨੂੰ ਲੋਕਾਂ ਤੱਕ ਵੰਡਿਆ। ਢਾਡੀ ਵੰਡਦੇ ਨੇ, ਕਵੀ ਦਰਬਾਰ ਹੁੰਦੇ ਨੇ, ਇਹ ਗੁਰੂ ਕੇ ਗਿਆਨ ਨੂੰ ਵੰਡਣ ਦੇ ਵਸੀਲੇ ਨੇ, ਅਲੱਗ ਅਲੱਗ ਢੰਗ ਦੇ ਨਾਲ। ਭਾਈ ਵੀਰ ਸਿੰਘ ਨੇ ਇੱਕ ਗੱਲ ਬੜੀ ਪਿਆਰੀ ਲਿਖੀ। ਉਹ ਕਹਿੰਦੇ, ਦੁਨੀਆ ਦਾ ਦਰਦ ਦੇਖ ਦਿਲ ਦਬਦਾ ਦਬਦਾ ਜਾਂਦਾ, ਪੱਥਰ ਨਹੀਂ ਬਣਿਆ ਜਾਂਦਾ ਯਾਰੋ, ਦਰਦ ਦੇਖ ਦੁੱਖ ਆਉਂਦਾ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਦੁਨੀਆ ਦਾ ਜਦੋਂ ਮੈਂ ਦਰਦ ਦੇਖਦਾ ਹਾਂ, ਪੀੜਾ ਵੇਖਦਾ ਹਾਂ, ਮੇਰਾ ਦਿਲ ਜਿਹੜਾ ਹੈ ਨਾ ਉਹ ਪਿਘਲ ਤੁਰਦਾ ਹੈ।
मेरा दिल पिघल तुरदा है। दुनिया का दर्द देख दिल दबदा दबदा जांदा, पत्थर नहीं बनया जांदा यारो। कहने मेरे कोलों पत्थर दिल नहीं बनया जांदा, मैं पत्थर दिल नहीं बन सकता। दर्द देख दुख आउंदा, किसी का दर्द देखदा ते मैं दुखी हो जांदा। दर्द दूजे दा पर दुख मैनू हुंदा। यही गुरु नानक पातशाह ने देखा सी, यही भगतां ने वेख्या सी। दर्द किसी होर दा महसूस आप किया, इस करके अपनी बाणी राही मनुखता नूं उपदेश दिता उन्होंने। गुरु नानक पातशाह ने देखा सी, भाई गुरदास जी लिखते ने, बाबा देखे ध्यान धर जलती सब प्रथमी दसियाई, बाजो गुरु गुबार है करती सुनी लुकाई। देखो कितना दर्द आया बाबे नानक नूं, जिहड़ा पटवारी दा पुत्र सी। कदे विचार करके वेखो, अज पटवारी दा पुत्र होएगा, बुलट मोटरसाइकिल लैके गलियां च गेड़े मारेगा, आवारागर्दी करेगा, पर पटवारी दा पुत्र गुरु नानक पातशाह नूं दर्द उठिया, अपने मखमल के गधे छड़ दिते, अपने घर के 36 प्रकार के भोजन छड़ दिते। कभी एहसास करके वेखो, गुरु नानक के घर केड़ी चीज़ नहीं सी। किते विचार करो ना, बाबे नानक के घर सब कुछ सी, पर भाई गुरदास जी लिखते हैं कि बाबे ने जो संसार के दुख नूं ध्यान करके वेख्या भी संसार कितना दुखी है। मेरे बच्चों का इतना दुख नहीं है, मेरी पत्नी का दुख नहीं है, मेरे माता पिता का दुख नहीं है, सारा संसार दुख नाल भरिया होया। जे इन्हां दे दुख नूं मैं इग्नोर करके संसार के दुख वास्ते निकला तो हो सकता कितनी मानवता का भला हो जाए। बाबा देखे ध्यान तर जलती सब प्रथमी दसियाई, बाजो गुरु गुबार है करती सुनी लुकाई। भाई गुरदास जी कहते रेत अक आहार कर रोड़ा की गुरु करी बिछाई। लो जी बाबा नानक तुर पिया करो, उत्थे मखमल के गद्दे नहीं जिथे गए, उत्थे 36 प्रकार के भोजन नहीं जो बाबे नानक के घर नूं मिलते बाबे नूं। कभी विचार करके देखो, उत्थे जो वो सुविधावां नहीं हैं। गुरु नानक पातशाह ने कई थां ते रोटी नहीं मिली, रेत खाना पिया। अक बड़ा कोड़ा हुंदा है, उहदा पानी उहनूं नचोड़ के पीना पिया। ये आहार किया बाबे ने, क्योंकि बाबे कोल उत्थे 36 प्रकार के भोजन नहीं सन, बाबे कोल सुविधावां नहीं सन, बाबे कोल कोई ट्रेन नहीं सी, बाबे कोल कोई हवाई जहाज नहीं सी। बाबे नूं जो 2 पैर दिते सी गुरु नानक पातशाह ने, उन्हां दोवां अपने चरनां दे राहीं जगत की फेरी आरंभ की। और गुरु नानक पातशाह ने कोई डिमांड ना रखी। असीं अज किते जाने, साडी पहली डिमांड हुंदी खाना वधिया चाहिए, होटल वधिया बुक होना चाहिए। मैनू कोई अज प्रचारक होने के नाते बुक करे, मैं कहना होटल 1 नंबर होना चाहिए, फ्लाइट जी है वो वधिया क्लास की होनी चाहिए, मैं तो थोड़े को प्रचार कर। कितना अंतर आ गया। बाबा नानक अपना घर-बार छड्डदा है, अपना कारोबार छड्डदा है, पैसे कोई नहीं मिलने। मेरे वर्गे नूं लोग पैसे देंदे ने, विदेशों सददे ने, आओ आके तुसीं इत्थे गुरु की गल करो, पर मैं कहना मैनू ये फ्लाइट चाहिए है, ये होटल चाहिए, ये सारा कुछ चाहिए। पर गुरु नानक पातशाह तुरे ने, भोजन कदी मिलया कदी नहीं मिलया, इस करके बाबे ने भाई गुरदास जी कहने रेत अक आहार कर। फिर मखमल के गद्दां ते सोण वाला बाबा नानक रोड़ा की गुर करी बिछाई। उत्थे किते गद्दे नहीं सन, इट्टां दे उत्ते पत्थरां दे उत्ते बाबे नानक ने रातां कट्टियां। किस वास्ते? सानू जीवन का ज्ञान हो जाए, सानू जिंदगी जीने का सलीका आ जाए, सानू जीवन जाच गुरु साहब जी ने कृपा करके सानू बख्शी कि असी सोहना जीवन जिहड़ा है वो जीना सीख लईए। बाबे ने इतना कुछ दुख झल्लिया क्योंकि उन्होंने इस पीड़ नूं नेड़े होके वेख्या। जदों तक असी इस पीड़ा नूं, भाई भगत रविदास जी कहते ने, जदों तक ये पीड़ा का एहसास सानू नहीं है तो असी दूजे की पीड़ा नहीं समझ सकते। ताई मर कहते कौन जाने पीर पराई, हम ना ही चिंत पराई। दूजे की पीड़ा कौन जानता? दूजे की पीड़ा कौन जानता? पराई पीड़ा। मैं कई बार बेनती करदा प्यारिओ, किसी भी पीड़ का एहसास अपने आप तो होवे तां उसका अनुभव है। तुहाडे जाड़ पीड़ हुई है, दूजा कह रहा मैनू जाड़ दे विच दर्द है, तुसीं उस वेले अनुभव किया होएगा, तुसीं कहोगे बड़ा खतरनाक दर्द है। ढिड च पीड़ तुहाडे आप हुई होवे, कोई अगला कहे ढिड च पीड़ है, तुसीं कहोगे बड़ी खतरनाक पीड़ हुंदी है।
ਪਰ ਤੁਹਾਨੂੰ ਕਦੀ ਢਿੱਡ ਪੀੜ ਨਹੀਂ ਹੋਈ, ਤੁਹਾਨੂੰ ਕਦੀ ਜਾੜ ਵਿੱਚ ਕਦੀ ਦਰਦ ਨਹੀਂ ਹੋਇਆ, ਦੰਦਾਂ 'ਚ ਦਰਦ ਨਹੀਂ ਹੋਇਆ। ਉਹ ਤੁਹਾਡੇ ਸਾਹਮਣੇ ਕੋਈ ਆਖੇ, ਤੁਹਾਡੇ ਵਾਸਤੇ ਉਹਦਾ ਕੋਈ ਅਹਿਸਾਸ ਨਹੀਂ ਹੈ। ਤੁਹਾਡੇ ਵਾਸਤੇ ਤਾਂ ਨੋਰਮਲ ਗੱਲ ਹੈ। ਤੁਸੀਂ ਤਾਂ ਕਹਿ ਵੀ ਸਕਦੇ ਹੋ ਐਵੇਂ ਢੋਂਗ ਕਰਦਾ, ਕੁਛ ਵੀ ਨਹੀਂ ਹੋਇਆ ਤੈਨੂੰ, ਤੇ ਚੰਗਾ ਭਲਾ ਲੱਗ ਰਿਹਾ ਤੂੰ। ਪਰ ਜਦ ਉਸਨੇ ਉਸ ਪੀੜ ਦਾ ਅਹਿਸਾਸ ਕੀਤਾ ਹੋਏਗਾ ਨਾ, ਤਾਂ ਉਸ ਵੇਲੇ ਬੰਦਾ ਕਹੇਗਾ ਹਾਂ ਇਹ ਦਰਦ ਮੈਂ ਅਹਿਸਾਸ ਕੀਤਾ ਹੈ। ਇਸ ਤਰ੍ਹਾਂ ਹੀ ਅੱਜ ਕਹਿ ਰਹੇ ਨੇ ਭਗਤ ਜੀ, ਕਹਿੰਦੇ ਨੇ ਸੋਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਆਖਣ ਲੱਗੇ, ਕਹਿੰਦੇ ਜਿਸ ਮਨੁੱਖ ਦੇ ਅੰਦਰ ਕਹਿੰਦੇ ਵਿਛੋੜੇ ਦਾ ਅਹਿਸਾਸ ਨਹੀਂ, ਸੱਲ ਨਹੀਂ, ਤੇ ਉਹ ਹੋਰ ਨਾ ਗੁਰਮੁਖ ਸੁਹਾਗਣਾ ਦੇ ਦਿਲ ਦੀ ਇਹ ਪੀੜ ਕਿਵੇਂ ਸਮਝ ਸਕਦੀ ਹੈ ਕਿ ਜਿਹੜੀ ਸੁਹਾਗਣ ਹੈ, ਜਿਹੜੀ ਰੱਬ ਨੂੰ ਮੰਨਣ ਵਾਲੀ ਹੈ, ਭਾਵ ਕਿ ਜਿਹੜੇ ਪ੍ਰਭੂ ਦੀ ਪੀੜਾ ਦਾ ਜਿਹਨੂੰ ਅਹਿਸਾਸ ਹੋਇਆ, ਜਿਹਦੇ ਅੰਦਰ ਇੱਕ ਉਮੰਗ ਪੈਦਾ ਹੋਈ, ਜਿਹਨੂੰ ਮਾਲਕ ਨੇ ਉਮਕਿਓ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਭ ਜਾਈ। ਉਮੰਗ ਪੈਦਾ ਹੋਣੀ, ਤਾਂਗ ਪੈਦਾ ਹੋਣੀ। ਫਿਰ ਜੋ ਭਗਤ ਰਵਿਦਾਸ ਜੀ ਅਗਲੇ ਵਚਨ ਕਰਦੇ ਨੇ, ਸੈ ਕੀ ਸਾਰ ਸੁਹਾਗਣ ਜਾਣੈ। ਸੈ ਦਾ ਅਰਥ ਹੈ ਪਤੀ ਪਰਮਾਤਮਾ। ਕਹਿੰਦੇ ਖਸਮ ਪ੍ਰਭੂ ਦੇ ਮਿਲਾਪ ਦੀ ਕਦਰ ਖਸਮ ਨਾਲ ਪਿਆਰ ਕਰਨ ਵਾਲੀ ਜਾਣਦੀ ਹੈ। ਸੁਹਾਗਣ ਕਿਹਨੂੰ ਕਿਹਾ? ਜਿਹੜੀ ਖਸਮ ਪ੍ਰਭੂ ਨੂੰ ਪਿਆਰ ਕਰਦੀ ਹੈ, ਜਿਹੜੀ ਕੇਵਲ ਰੱਬ ਦੀ ਬਣ ਕੇ ਰਹਿੰਦੀ, ਜਿਹੜੀ ਜੀਵ ਆਤਮਾ ਪਰਮੇਸ਼ਰ ਦੀ ਬਣ ਕੇ ਰਹਿੰਦੀ। ਵੈਸੇ ਤੇ ਆਪਾਂ ਜਦੋਂ ਭਗਤਾਂ ਦੀ ਬਾਣੀ, ਗੁਰੂਆਂ ਦੀ ਬਾਣੀ ਜਦੋਂ ਅਸੀਂ ਦੇਖਦੇ ਹਾਂ ਨਾ, ਇਸ ਗੁਰੂ ਸ਼ਬਦ ਵਿੱਚ, ਗੁਰਬਾਣੀ ਵਿੱਚ ਗੁਰੂ ਮਹਾਰਾਜ ਨੇ ਸਮਾਜ ਨਾਲ ਜੁੜੀਆਂ ਹੋਈਆਂ ਕਦਰਾਂ ਕੀਮਤਾਂ ਦੀ ਗੱਲ ਨੂੰ ਅੱਗੇ ਰੱਖਿਆ ਤਾਂ ਕਿ ਗੱਲ ਸੌਖੀ ਸਮਝ ਆ ਜਾਏ। ਸਾਡੇ ਦੇਸ਼ ਵਿੱਚ ਪਤੀ ਨੂੰ ਖਸਮ, ਪਰਮਾਤਮਾ, ਰੱਬ ਦਾ ਰੂਪ ਸਮਝਿਆ ਜਾਂਦਾ ਹੈ। ਉਹਨੂੰ ਸੁਆਮੀ ਕਿਹਾ ਜਾਂਦਾ ਹੈ। ਇਹ ਸਾਡੇ ਦੇਸ਼ ਦੇ ਧਾਰਮਿਕ ਗ੍ਰੰਥਾਂ ਦੀ ਪਰੰਪਰਾ ਹੈ, ਸਾਡੇ ਦੇਸ਼ ਦੇ ਸਮਾਜ ਦੀ ਪਰੰਪਰਾ ਹੈ ਕਿ ਜਦੋਂ ਇੱਕ ਮਰਦ ਨੂੰ, ਜਦੋਂ ਉਸਦੇ ਨਾਲ ਕੋਈ ਲੜਕੀ ਵਿਆਹ ਕੇ ਆਉਂਦੀ ਹੈ ਤੇ ਉਸ ਨੂੰ ਆਪਣੇ ਰੱਬ ਦੀ ਨਿਆਈ ਸਮਝਦੀ ਹੈ, ਉਹ ਸੁਹਾਗਣ ਬਣ ਕੇ ਆਉਂਦੀ ਹੈ। ਤੇ ਜਦੋਂ ਗੁਰਬਾਣੀ ਨੂੰ ਪੁੱਛੀਏ ਤੇ ਮਹਾਰਾਜ ਨੇ ਸੁਹਾਗਣ ਕਾ ਕਿਆ ਚਿੰਨ੍ਹ ਹੈ, ਮਹਾਰਾਜ ਸੁਹਾਗਣ ਦੀ ਨਿਸ਼ਾਨੀ ਕੀ ਹੈ? ਇੱਕ ਸੁਹਾਗਣ ਉਹ ਜਿਹਦਾ ਦੁਨਿਆਵੀ ਤੌਰ ਤੋਂ ਆਨੰਦ ਕਾਰਜ ਹੋਇਆ। ਇੱਕ ਸੁਹਾਗਣ ਉਹ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੀ ਹੋਈ ਹੈ, ਜਿਹੜੀ ਰੱਬ ਦੇ ਨਾਲ ਇਕਮਿਕ ਹੋਈ ਹੈ, ਜਿਸ ਨੇ ਆਪਣੀ ਆਤਮਾ ਨੂੰ ਪਤੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਲਿਆ, ਅਟੈਚ ਕਰ ਲਿਆ। ਤੇ ਮਹਾਰਾਜ ਕਹਿੰਦੇ ਸੁਹਾਗਣ ਕਾ ਕਿਆ ਚਿੰਨ੍ਹ ਹੈ? ਕਹਿਣ ਲੱਗੇ ਅੰਦਰ ਸੱਚ ਮੁਖ ਉਜਲਾ ਖਸਮੇ ਮਾਹੇ ਸਮਾਏ। ਉਹਦੇ ਅੰਦਰ ਸੱਚ ਹੈ, ਉਹਦਾ ਮੁਖ ਉਜਲਾ ਹੈ, ਉਹ ਖਸਮ ਦੇ ਹੁਕਮ ਵਿੱਚ ਸਮਾਈ ਰਹਿੰਦੀ, ਉਸਦੇ ਮੁਤਾਬਿਕ ਚੱਲਦੀ ਹੈ। ਫਿਰ ਬਾਬਾ ਫਰੀਦ ਜੀ ਕਹਿੰਦੇ ਨੇ ਢੂੰਡੇਂਦੀ ਏ ਸੁਹਾਗੂ ਤੈ ਤਨ ਕਾਈ ਕੋਰ, ਜਿਨ੍ਹਾਂ ਨਾਮ ਸੁਹਾਗਣੀ ਤਿੰਨਾ ਝਾਕ ਨਾ ਹੋਰ। ਬੜੀ ਪਿਆਰੀ ਉਦਾਹਰਨ ਦਿੱਤੀ। ਕਹਿੰਦੇ ਢੂੰਡੇਂਦੀ ਏ ਸੁਹਾਗੂ, ਸੁਹਾਗ ਨੂੰ ਲੱਭ। ਕਹਿੰਦੇ ਢੂੰਡੇਂਦੀ ਏ ਸੁਹਾਗੂ ਤੈ ਤਨ ਕਾਈ ਕੋਰ। ਕਹਿੰਦੇ ਉਸ ਨੂੰ ਜੀਵਨ ਵਿੱਚ, ਜਿਸ ਜੀਵਨ 'ਚ ਕੋਰ ਦਾ ਅਰਥ ਕਦਰ, ਜਿਸ ਜੀਵਨ ਵਿੱਚ ਸੁਹਾਗ ਦੀ, ਆਪਣੇ ਪਤੀ ਦੀ ਕਦਰ ਨਹੀਂ, ਤੇ ਉਹ ਜੇ ਸੁਹਾਗ ਨੂੰ ਲੱਭਦੀ ਫਿਰੇ ਤਾਂ ਉਸ ਦਾ ਕੋਈ ਲਾਭ ਨਹੀਂ। ਤੇ ਨਾਲ ਕਹਿਣ ਲੱਗੇ ਜਿਨ੍ਹਾਂ ਦਾ ਨਾਂ ਸੁਹਾਗਣੀ ਹੈ, ਜਿਹੜੀ ਸੁਹਾਗਣ ਹੈ, ਤਿੰਨਾਂ ਝਾਕ ਨਾ ਹੋਰ। ਉਹਨਾਂ ਨੂੰ ਕਿਸੇ ਹੋਰ ਦੀ ਝਾਕ, ਕਿਸੇ ਹੋਰ ਦੀ ਆਸ, ਕਿਸੇ ਹੋਰ ਵੱਲ ਵੇਖਣਾ ਉਹਨਾਂ ਦੇ ਜੀਵਨ 'ਚ ਨਹੀਂ ਹੁੰਦਾ। ਇਹ ਸੁਹਾਗਣ ਦੀ ਇੱਕ ਨਿਸ਼ਾਨੀ ਹੈ। ਔਰ ਕਈ ਵਾਰੀ ਜਦੋਂ ਲੋਕ ਦੇਖੋ, ਸੁਹਾਗਣ ਅਸਲ ਵਿੱਚ ਉਹ ਜੀਵਨ ਕਿਰਦਾਰ ਹੈ ਜੋ ਧਰਮ ਦਾ ਸਭ ਤੋਂ ਉੱਪਰ ਦਾ ਜੀਵਨ ਕਿਰਦਾਰ ਹੈ। ਕਈ ਵਾਰੀ ਮੈਨੂੰ ਕਹਿੰਦੇ ਨਾ ਸੁਹਾਗਣ ਔਰ ਧਰਮ, ਇਹ ਗੱਲ ਅਸੀਂ ਕਿਵੇਂ ਸਮਝੀਏ? ਤੇ ਮੈਂ ਇੱਕ ਉਦਾਹਰਨ ਦਿੰਦਾ। ਇਸ ਗੱਲ ਨੂੰ ਸਮਝਣ ਵਾਸਤੇ ਨਾ ਮੈਂ ਇੱਕ ਪਰਿਵਾਰ ਵਿੱਚੋਂ ਉਦਾਹਰਨ ਲੈਣਾ। ਮੰਨ ਲਓ ਕਿ ਇੱਕ ਪਰਿਵਾਰ ਹੈ, ਜਿਸ ਪਰਿਵਾਰ ਦੇ ਵਿੱਚ ਇੱਕ ਬੱਚੀ ਆਨੰਦ ਕਾਰਜ ਕਰਾ ਕੇ ਆਈ, ਵਿਆਹ ਕਰਾ ਕੇ ਆਈ। ਉਸ ਪਰਿਵਾਰ ਦੇ ਵਿੱਚ ਆ ਕੇ ਉਹ ਘੁਲਣਾ ਮਿਲਣਾ ਸਿੱਖ ਗਈ ਹੈ,
ਪਰਿਵਾਰ ਦੇ ਜੀਆਂ ਦੀ ਸਾਰਿਆਂ ਦੀ ਸੇਵਾ ਕਰਦੀ ਹੈ। ਸੱਸ ਸਹੁਰੇ ਦੀ ਸੇਵਾ ਕਰਦੀ ਹੈ, ਨਨਾਣ ਦੀ ਸੇਵਾ ਕਰਦੀ ਹੈ, ਦਿਓਰ ਦੀ ਸੇਵਾ ਕਰਦੀ ਹੈ, ਆਪਣੇ ਪਤੀ ਦੀ ਸੇਵਾ ਕਰਦੀ ਹੈ, ਸਾਰਿਆਂ ਦੇ ਕੱਪੜੇ ਵੀ ਧੋਂਦੀ ਹੈ, ਸਾਰਿਆਂ ਵਾਸਤੇ ਪ੍ਰੇਸ ਵੀ ਕਰਕੇ ਦਿੰਦੀ ਹੈ, ਸਾਰਿਆਂ ਨੂੰ ਭੋਜਨ ਵੀ ਪਕਾਉਂਦੀ ਹੈ, ਸਾਰਿਆਂ ਦਾ ਬਰਾਬਰ ਦਾ ਹਰ ਇੱਕ ਚੀਜ਼ ਜੋ ਘਰ 'ਚ ਬਣਦੀ ਸਾਰਿਆਂ ਨੂੰ ਇਕੁਅਲ ਦਿੰਦੀ, ਇੱਕੋ ਜਿਹੀ ਦਿੰਦੀ ਹੈ। ਉਸ ਦੇ ਮਨ ਵਿੱਚ ਕੋਈ ਵਿਤਕਰਾ ਨਹੀਂ ਵੀ ਪਤੀ ਜਾਂ ਹੋਰ ਜਿਹੜੇ ਨੇ ਸਾਰੇ ਮੇਰੇ ਵਾਸਤੇ ਇੱਕ ਸਮਾਨ ਨੇ। ਪਰ ਜਦੋਂ ਉਹ ਸਾਰਿਆਂ ਨਾਲ ਇੱਕੋ ਜਿਹੀ ਵਰਤਦੀ ਹੈ, ਕੋਈ ਵਿਤਕਰਾ ਨਹੀਂ ਕਰਦੀ। ਮੰਨ ਲਓ ਉਹਦਾ ਦਿਓਰ ਕਵੇ ਵੀ ਜੋ ਸੰਬੰਧ ਮੇਰੇ ਭਰਾ ਨਾਲ ਹੈ ਉਹ ਸੰਬੰਧ ਮੇਰੇ ਨਾਲ ਹੋਵੇ, ਤਾਂ ਉਸ ਵੇਲੇ ਉਹ ਚਪੇੜ ਮਾਰ ਦਿੰਦੀ ਹੈ। ਉਹਨੂੰ ਲੋਕ ਕਹਿੰਦੇ ਨੇ ਬੜੀ ਕੱਟਰ ਹੈ। ਕੱਟਰ ਨਹੀਂ ਹੈ, ਉਹ ਆਪਣੀ ਮਰਿਆਦਾ ਦੀ ਪੱਕੀ, ਉਹਨੂੰ ਕਹਿੰਦੇ ਸੁਹਾਗਣ, ਵੀ ਇਸ ਨੇ ਆਪਣੇ ਸੁਹਾਗ ਨੂੰ ਪਹਿਚਾਣ ਲਿਆ ਹੈ। ਉਹ ਕੱਟਰ ਨਹੀਂ ਹੈ, ਉਹ ਇੱਕ ਜੀਵਨ ਕਿਰਦਾਰ ਦੀ ਵੱਜੀ ਹੋਈ ਹੈ, ਇੱਕ ਮਰਿਆਦਾ ਦੀ ਵੱਜੀ ਹੋਈ ਹੈ। ਉਹਨੂੰ ਕੋਈ ਕਵੇ ਇਹ ਕੱਟਰ, ਉਹ ਕੱਟਰ ਨਹੀਂ। ਉਹ ਕਹਿੰਦੀ ਮੈਂ ਸਾਰੀਆਂ ਚੀਜ਼ਾਂ ਜੋ ਘਰ 'ਚ ਬਣਦੀਆਂ, ਸਾਰਿਆਂ ਦੇ ਜੋ ਸੇਵਾ ਮੇਰੇ ਕਰਨ ਯੋਗ ਹੈ, ਜੋ ਮੇਰੇ ਫਰਜ਼ ਨੇ, ਮੈਂ ਸਾਰਿਆਂ ਵਾਸਤੇ ਪੂਰੇ ਕਰਦੀ ਹਾਂ। ਪਰ ਜੋ ਇਹ ਜਿਹੜੀ ਗੱਲ ਹੈ ਨਾ, ਇਹ ਪਤੀ ਪਤਨੀ ਦਾ ਸੰਬੰਧ ਜਿਹੜਾ ਉਹ ਕਿਸੇ ਹੋਰ ਦੇ ਨਾਲ ਨਹੀਂ ਜੁੜ ਸਕਦਾ। ਇਹ ਸੁਹਾਗਣ ਦੀ ਨਿਸ਼ਾਨੀ ਹੈ। ਜਦੋਂ ਕੋਈ ਕਹਿੰਦਾ ਨਾ ਫਲਾਣਾ ਬੰਦਾ ਬੜਾ ਕੱਟਰ ਹੈ, ਕੱਟਰ ਦਾ ਅਰਥ ਇਹ ਨਹੀਂ ਕਿ ਜਦੋਂ ਆਪਾਂ ਬਾਹਰ ਦੀਆਂ ਰਸਮਾਂ ਕਰਦੇ ਹਾਂ ਵੀ ਫਲਾਣਾ ਤਾਂ ਜੋ ਇੱਦਾਂ ਸਰਵ ਲੋਹੇ ਦੇ ਭਾਂਡੇ 'ਚ ਖਾਂਦਾ ਜੀ, ਫਲਾਣਾ ਇਹ ਕਰਦਾ, ਉਹ ਇਹ ਕਰਦਾ, ਇਹ ਕੱਟਰਤਾ ਨਹੀਂ ਹੈ। ਕੱਟਰਤਾ ਇਹ ਹੈ ਕਿ ਉਹ ਨੇਮ ਦਾ ਪੱਕਾ ਹੋਵੇ, ਮਰਿਆਦਾ ਦਾ ਪੱਕਾ ਹੋਵੇ, ਗੁਰੂ ਉਪਦੇਸ਼ ਉਤੇ ਜੀਵਨ ਵਿੱਚ ਝਲਕਦਾ ਹੋਵੇ। ਇਹਨੂੰ ਕਹਿੰਦੇ ਕੱਟਰ। ਕੱਟਰ ਉਹ ਨਹੀਂ ਇੱਥੇ ਆ ਕੇ ਤਾਂ ਕਹਿਣਗੇ ਵੀ ਇੱਦਾਂ ਨਹੀਂ ਇੱਦਾਂ ਕਰੋ ਤੇ ਕਰ ਦੇਖੋ ਤੇ 10 ਵਜੇ ਸੌ ਕੇ ਉੱਠਦੇ, ਉਹ ਕੱਟਰ ਥੋੜ੍ਹੀ ਹੋਏ। ਕਿਹੜੀ ਗੱਲ ਦੇ ਕੱਟਰ ਨੇ? ਜਿਹੜੇ ਲੋਕ ਆਪਣੇ ਗੁਰੂ ਸਾਹਿਬ ਦੀ ਮਰਿਆਦਾ ਨੂੰ ਨਹੀਂ ਮੰਨਣਾ, ਗੁਰੂ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਣਾ, ਉਹ ਕਿਹੜੇ ਕੱਟਰ ਨੇ? ਸੁਹਾਗਣ ਦੀ ਨਿਸ਼ਾਨੀ ਇਹੀ ਹੈ ਜਿਹਨੂੰ ਗੁਰਬਾਣੀ ਕਹਿ ਰਹੀ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮਾਹੇ ਸਮਾਏ। ਇੱਥੇ ਵੀ ਭਗਤ ਰਵਿਦਾਸ ਜੀ ਕਹਿੰਦੇ ਨੇ, ਆਖਣ ਲੱਗੇ ਸੈਕੀ ਸਾਰ ਸੁਹਾਗਣ ਜਾਣੈ, ਪ੍ਰਭੂ ਦੇ ਮਿਲਾਪ ਦੀ ਕਦਰ ਜਿਹੜੀ ਹੈ ਖਸਮ ਨਾਲ ਪਿਆਰ ਕਰਨ ਵਾਲੀ ਜਾਣਦੀ ਹੈ। ਜਿਹਦਾ ਪਿਆਰ ਨਹੀਂ, ਉਹ ਆਪਣੇ ਪਤੀ ਦੇ ਮਿਲਾਪ ਦੀ ਕਦਰ ਕੀ ਜਾਣੇ। ਇਸ ਕਰਕੇ ਗੁਰਬਾਣੀ ਨੇ ਸਾਨੂੰ ਕਿਹਾ ਹੈ ਕਿ ਰਿਸ਼ਤੇ ਜੋ ਇਤਨੇ ਪੱਕੇ ਹੋਣੇ ਚਾਹੀਦੇ ਜੀਵਨ ਵਿੱਚ, ਜਿਹੜਾ ਕੋਈ ਹੋਰ ਐਂਟਰੀ ਕਰਨਾ ਚਾਹੇ ਸਾਡੇ ਜੀਵਨ 'ਚ ਨਾ ਕਰ ਸਕੇ। ਅੱਜ ਸਮਾਜ ਵਿੱਚ ਬਹੁਤ ਵੱਡੀ ਬੁਰਾਈ ਇਹ ਆ ਚੁੱਕੀ ਹੈ, ਜੋ ਕਿ ਗੁਰਬਾਣੀ ਦੇ ਵਿੱਚ ਸਾਨੂੰ ਇਸ ਪ੍ਰਥਾਏ ਬੜਾ ਕੁਝ ਲਿਖਿਆ ਮਿਲਦਾ ਹੈ। ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਣੈ, ਆਪਨ ਇਸਤਰੀ ਸੂਰਤ ਹੋਈ, ਰਹਿਤ ਬਾਣ ਗੁਰ ਕਾ ਸਿੱਖ ਹੈ ਸੋਈ, ਜਦ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਇੱਕ ਹੋਰ ਅਸੀਂ ਸਾਰੇ ਭਰਾ ਬੈਠੇ, ਭੈਣਾਂ ਬੈਠੀਆਂ, ਅਸੀਂ ਸਾਰੇ ਇਹ ਸਮਝੋ ਆਪਣੇ ਘਰ ਦੀਆਂ ਗੱਲਾਂ ਕਰ ਰਹੇ ਹਾਂ, ਗੁਰੂ ਸਾਹਿਬ ਜੀ ਕੋਲੋਂ ਸਿੱਖ ਰਹੇ ਹਾਂ। ਇਹ ਇੱਕ ਸਕੂਲ ਦੀ ਕਲਾਸ ਚੱਲ ਰਹੀ ਹੈ ਇੱਥੇ ਸਾਰਿਆਂ ਦੀ ਸਾਡੀ। ਅੱਜ ਸਾਨੂੰ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਮਝਾਉਣ ਦੀ ਲੋੜ ਹੈ, ਆਪਣੇ ਲੜਕਿਆਂ ਨੂੰ ਵੀ ਲੜਕੀਆਂ ਨੂੰ ਵੀ। ਸਾਡੇ ਘਰ ਜੋ ਸੰਤਾਨ ਹੈ, ਉਹ ਸੰਤਾਨ ਨੂੰ ਅੱਜ ਦੇ ਜ਼ਮਾਨੇ 'ਚ ਇਹ ਗੱਲਾਂ ਸਮਝਾਉਣ ਦੀ ਲੋੜ ਹੈ ਕਿ ਜੀਵਨ ਕਿਰਦਾਰ ਜਿਹੜਾ ਨਾ ਘੜਿਆ ਜਿਹੜਾ ਹੁੰਦਾ, ਮਰਿਆਦਾ ਵਿੱਚ ਰਹਿਣ ਵਾਲਾ ਹੁੰਦਾ, ਉਹੀ ਸਤਿਕਾਰਯੋਗ ਹੁੰਦਾ ਹੈ। ਜੇ ਤੁਸੀਂ ਆਪਣਾ ਸਤਿਕਾਰ ਕਰਨਾ ਭਾਈ, ਆਪਣੀ ਮਰਿਆਦਾ ਵਿੱਚ ਰਹੋ, ਉਹਨੂੰ ਸਤਿਕਾਰ ਮਿਲਦਾ। ਫਿਰ ਆਪਣੇ ਧਿਆਨ ਨੂੰ ਸਾਨੂੰ ਸਮਝਾਉਣ ਦੀ ਲੋੜ ਹੈ ਕਿ ਅੱਜ ਸਮਾਜ ਦੇ ਵਿੱਚ ਉਹ ਲੋਕ ਵਿਚਰ ਰਹੇ ਨੇ ਜਿਹੜੇ ਤੁਹਾਡੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਨਗੇ, ਹੋਰ ਬਹੁਤ ਸਾਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ, ਪਰ ਤੁਸੀਂ ਇਹ ਦੇਖਣਾ ਵੀ ਗੁਰੂ ਸਾਹਿਬ ਦਾ ਸਾਡੇ ਵਾਸਤੇ ਉਪਦੇਸ਼ ਕੀ ਹੈ। ਕਿਉਂਕਿ ਲੋਕ ਮਿੱਠੀ ਮਿੱਠੀ ਗੱਲਾਂ ਦੇ ਵਿੱਚ ਫਸਾ ਕੇ ਆਪਣੇ ਜਾਲ ਦੇ ਵਿੱਚ, ਔਰ ਲੋਕ ਸਾਨੂੰ ਗਲਤ ਢੰਗ ਦੇ ਨਾਲ ਵਰਤਦੇ ਨੇ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਾਂ ਗੁਰਦੁਆਰਿਆਂ ਵਿੱਚੋਂ ਇਹ ਪ੍ਰਚਾਰ ਕਰੀਏ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਕਿਵੇਂ ਬਚਣਾ ਹੈ। ਮੇਰੇ ਸਾਹਮਣੇ ਇੱਕ ਬੱਚੀ ਦਾ ਕੇਸ ਆਇਆ ਲਖਨਊ ਦੇ ਵਿੱਚ, ਉੱਥੇ ਮੈਂ ਪ੍ਰਚਾਰ ਕਰ ਰਿਹਾ ਸੀ ਉਸ ਦੌਰਾਨ। ਮੈਂ ਇਸ ਕਰਕੇ ਇਹ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਿੰਦਾ ਵੀ ਅੱਜ ਸਮਾਜ ਦੇ ਸਾਨੂੰ ਕਿੱਦਾਂ ਵਿਚਰਨ ਦੀ ਲੋੜ ਹੈ। ਜੇ ਮੈਂ ਸਿਰਫ ਵਿਆਖਿਆ ਕਰ ਦੇਵਾਂ, ਅਰਥੀ ਕਰ ਦੇਵਾਂ ਤਾਂ ਮਾਫ਼ ਕਰਨਾ, ਫਿਰ ਅਰਥ ਤਾਂ ਤੁਸੀਂ ਮੋਬਾਈਲ 'ਚੋਂ ਵੀ ਪੜ੍ਹ ਸਕਦੇ ਹੋ, ਅਰਥ ਤਾਂ ਤੁਸੀਂ ਟੀਕੇ ਤੋਂ ਵੀ ਜਾ ਕੇ ਪੜ੍ਹ ਸਕਦੇ ਹੋ। ਜਿਹੜੇ ਅਰਥ ਨੇ ਕੋਈ ਵੀ ਕਿਤੇ ਬੈਠ ਕੇ ਵੀ ਪੜ੍ਹ ਸਕਦਾ, ਪਰ ਉਸ ਦੇ ਵਿੱਚੋਂ ਜੋ ਨਿਕਲ ਕੇ ਮੈਸੇਜ ਆ ਰਿਹਾ ਉਹ ਵਾਚਣਾ ਬੜਾ ਜ਼ਰੂਰੀ ਹੈ। ਜਿਹੜਾ ਮੈਸੇਜ ਆ ਰਿਹਾ ਨਾ ਗੁਰਬਾਣੀ ਵਿੱਚੋਂ, ਉਹਨੂੰ ਸਮਝਣਾ ਬੜਾ ਜ਼ਰੂਰੀ ਹੈ।
ਉੱਥੇ ਮੈਂ ਕਥਾ ਕਰਕੇ ਰੋਜ਼ ਨਿਕਲਦਾ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਤੋਂ। ਇੱਕ ਬੱਚੀ ਨਾ 1 ਦਿਨ 2 ਦਿਨ 2 ਹਫ਼ਤੇ ਹੋ ਗਏ ਰੋਜ਼ ਰੋਂਦੀ ਰਹਿੰਦੀ ਸੀ। ਮੇਰਾ ਮਨ ਪੱਕਾ ਕਰਕੇ, ਕਿਉਂਕਿ ਉਸ ਵੇਲੇ ਮੇਰਾ ਵਿਆਹ ਨਹੀਂ ਸੀ ਹੋਇਆ, ਬੜਾ ਡਰ ਲੱਗਦਾ ਸੀ ਵੀ ਮੈਂ ਕੁੜੀ ਕੋਲ ਜਾਵਾਂ, ਪਤਾ ਨਹੀਂ ਕੀ ਕਵੇ ਅੱਗੇ, ਵੀ ਇਸ ਦਾ ਕਿਆ ਮਤਲਬ ਹੈ ਮੇਰੇ ਨਾਲ ਮੈਂ ਰੋ ਰਹੀ ਹਾਂ ਤਾਂ ਮੇਰਾ ਆਪਣਾ। ਪਰ ਮੈਂ ਫਿਰ ਵੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਮੈਂ ਕਿ ਇਹ ਬੱਚੀ ਰੋਂਦੀ ਹੈ ਰੋਜ਼, ਸੱਚੇ ਪਾਤਸ਼ਾਹ ਮੈਂ ਪੁੱਛ ਲਵਾਂ ਵੀ ਇਹ ਕਿਉਂ ਰੋਂਦੀ ਹੈ। ਕਿਉਂਕਿ ਸਾਡਾ ਸਮਾਜ ਕਿਸੇ ਵੀ ਢੰਗ ਨਾਲ ਸਾਨੂੰ ਨਾ ਟਿਕਣ ਨਹੀਂ ਦਿੰਦਾ, ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਬੜੀ ਵਿਚਾਰਨੀਆਂ ਪੈਂਦੀਆਂ। ਅਤੇ ਮੈਂ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਉਸ ਬੱਚੀ ਕੋਲ ਗਿਆ। ਮੈਂ ਕਿਹਾ, ਭੈਣੇ ਵੀ ਇੱਕ ਗੱਲ ਦੱਸ ਮੈਨੂੰ, ਵੀ ਤੂੰ ਰੋਜ਼ ਆ ਕੇ ਇਤਨੀ ਫੁੱਟ ਫੁੱਟ ਕੇ ਰੋਂਦੀ ਹੈ, ਬਹੁਤ ਰੋਂਦੀ ਹੈ, ਤੇਰੇ ਰੋਣ ਦਾ ਕਾਰਨ ਕੀ ਹੈ? ਪਹਿਲਾਂ ਤਾਂ ਕਹਿੰਦੀ ਹੈ ਕਿ ਇਤਨੇ ਦਿਨ ਤੋਂ ਮੈਂ ਰੋਜ਼ ਰੋਂਦੀ ਹਾਂ, ਇਹ ਤੁਹਾਡਾ ਥੈਂਕਸ, ਪੜ੍ਹੀ ਲਿਖੀ ਸੀ ਬੜੀ, ਇਹ ਤੁਸੀਂ ਮੈਨੂੰ ਗੱਲ ਪੁੱਛੀ, ਕਿਸੇ ਨੇ ਮੈਨੂੰ ਪੁੱਛਿਆ ਹੀ ਨਹੀਂ। ਕਹਿੰਦੇ ਤੁਹਾਡਾ ਥੈਂਕਸ, ਤੁਸੀਂ ਇਹ ਗੱਲ ਪੁੱਛੀ, ਧੰਨਵਾਦ ਤੁਹਾਡਾ। ਏਅਰਟੈਲ ਕੰਪਨੀ ਦੇ ਵਿੱਚ ਬੜੇ ਅੱਛੇ ਅਹੁਦੇ 'ਤੇ ਲੱਗੀ ਹੋਈ ਸੀ। ਲਗਭਗ ਉਸ ਟਾਈਮ ਦੇ ਵਿੱਚ 2007 ਦੀ ਗੱਲ ਹੈ, 90,000 ਸੈਲਰੀ ਸੀ ਲੜਕੀ ਦੀ, ਅੱਛੀ ਸੈਲਰੀ ਸੀ। ਉਸਨੇ ਜਿਹੜੀ ਗੱਲ ਦੱਸੀ ਮੇਰੀ ਰੂਹ ਕੰਬ ਗਈ। ਕਹਿੰਦੀ ਹੈ ਕਿ ਮੈਂ ਪੜ੍ਹਦੀ ਸੀ, ਉਸ ਤੋਂ ਬਾਅਦ ਏਅਰਟੈਲ ਕੰਪਨੀ ਦੇ ਵਿੱਚ ਇੱਕ ਮੁਸਲਮਾਨ ਲੜਕਾ ਸੀ ਅਤੇ ਉਹ ਕੜਾ ਪਾ ਕੇ ਰੱਖਦਾ ਸੀ, ਅਤੇ ਉਸਨੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵੀ ਯਾਦ ਕੀਤੀ ਹੋਈ ਸੀ, ਅਤੇ ਉਹ ਮੇਰੇ ਕੋਲ ਰੋਜ਼ ਗੱਲਾਂ ਕਰਦਾ ਸੀ, ਸਿੱਖ ਧਰਮ ਦੀਆਂ ਗੱਲਾਂ ਕਰਨੀਆਂ। ਹੈ ਸੀ ਮੁਸਲਮਾਨ ਲੜਕਾ, ਕੜਾ ਵੀ ਪਾਇਆ ਹੋਇਆ ਸੀ, ਅਤੇ ਮੈਨੂੰ ਨਾ ਮਿੱਠੀ ਮਿੱਠੀ ਗੱਲਾਂ ਦੇ ਵਿੱਚ ਲਾ ਕੇ ਆਪਣੇ ਮਗਰ ਲਾ ਲਿਆ। ਮੈਂ ਉਸ ਦੇ ਪਿਆਰ 'ਚ ਕਹਿੰਦੇ ਪਾਗਲ ਹੋ ਗਈ। ਮੈਂ ਸਟੇਜ 'ਤੇ ਤਾਂ ਗੱਲਾਂ ਕਰਾਂ, ਮੇਰੀਆਂ ਧੀਆਂ ਬੈਠੀਆਂ, ਮੇਰੀਆਂ ਭੈਣਾਂ ਬੈਠੀਆਂ, ਇਹ ਅੱਜ ਗੱਲਾਂ ਵਿਚਾਰਨ ਵਾਲੀਆਂ। ਆਪਣੇ ਬੱਚਿਆਂ ਨੂੰ ਸੰਸਕਾਰ ਦੇਣ ਦੀ ਲੋੜ ਹੈ ਸਾਨੂੰ ਅੱਜ। ਉੱਥੇ ਕੀ ਹੋਇਆ, ਕਹਿੰਦੇ ਜਦੋਂ ਗੱਲ ਵਿਆਹ ਦੀ ਚਲੀ, ਮੈਂ ਹਾਂ ਕਰ ਦਿੱਤੀ, ਜਿੱਦਾਂ ਤੂੰ ਕਹੇਂਗਾ ਮੈਂ ਉੱਦਾਂ ਤਿਆਰ ਹਾਂ। ਕਹਿੰਦੇ ਮਾਤਾ ਪਿਤਾ ਨੂੰ ਗੱਲ ਕੀਤੀ ਗਈ ਵੀ ਮੈਂ ਉਸ ਦੇ ਨਾਲ ਵਿਆਹ ਕਰਾਉਣਾ, ਮੇਰੀ ਹੀ ਕੰਪਨੀ 'ਚ ਕੰਮ ਕਰਦਾ ਔਰ ਉਸਦੀ ਸੈਲਰੀ ਵੀ ਵਧੀਆ। ਅਤੇ ਮਾਤਾ ਪਿਤਾ ਨੇ ਕਿਹਾ ਕੌਣ ਹੈ? ਕਹਿੰਦੇ ਸਿੱਖ ਹੀ ਹੈ ਪਰ ਮੋਨਾ, ਕੜਾ ਪਾਉਂਦਾ ਹੈ, ਜਪਜੀ ਸਾਹਿਬ ਦੀ ਪਹਿਲੀ ਪੌੜੀ ਯਾਦ ਹੈ। ਅੱਜ ਪ੍ਰੋਬਲਮਾਂ ਸਾਡੇ ਬੱਚਿਆਂ ਦੇ ਅੱਗੇ ਆ ਰਹੀਆਂ ਨੇ, ਸਕੂਲਾਂ ਵਿੱਚ ਕਾਲਜਾਂ ਵਿੱਚ ਜਾ ਕੇ ਅੱਗੇ ਨੌਕਰੀ ਕਰਨ ਵੇਲੇ। ਹੁਣ ਮਾਂ ਪਿਓ ਬੜੇ ਗੁਰਸਿੱਖ ਪਰਿਵਾਰ ਸੀ, ਉਹ ਕਹਿਣ ਲੱਗੇ ਬੇਟਾ ਨਹੀਂ। ਜਦੋਂ ਉਸਨੇ ਗੱਲ ਕੀਤੀ ਤੇ ਮਾਤਾ ਪਿਤਾ ਨੇ ਉਹਦੀ ਭੂਆ ਨੂੰ ਸੱਦਿਆ, ਕਾਨਪੁਰ ਰਹਿੰਦੀ ਸੀ, ਔਰ ਉਹਦੇ ਨਾਲ ਗੱਲ ਕੀਤੀ ਵੀ ਬੇਟਾ ਜੇ ਵਿਆਹ ਕਰਨਾ ਤੇ ਅਸੀਂ, ਕਿਉਂਕਿ ਬੜੀ ਰਿਚ ਫੈਮਿਲੀ ਸੀ, ਜਿਹੜੀ ਸਿੱਖ ਫੈਮਿਲੀ ਸੀ, ਕਿ ਵੀ ਕਿਤੇ ਹੋਰ ਤੇਰਾ ਵਿਆਹ ਕਰ ਦਿੰਦੇ ਪਰ ਸਿੱਖ ਨਾਲ ਵਿਆਹ ਕਰਨਾ ਸੀ। ਉਹ ਕਹਿੰਦੇ ਨਹੀਂ, ਮੈਂ ਤਾਂ ਵਿਆਹ ਉੱਥੇ ਹੀ ਕਰਾਉਣਾ। ਬੜਾ ਜ਼ੋਰ ਦਿੱਤਾ ਵੀ ਸਿੱਖ ਫੈਮਿਲੀ 'ਚ ਵਿਆਹ ਕਰ ਦਿੰਦੇ। ਭੂਆ ਨੇ ਮਨਾਉਣ ਦਾ ਯਤਨ ਕੀਤਾ ਵੀ ਉਹਨਾਂ ਦਾ ਸਾਡਾ ਤਾਲਮੇਲ ਨਹੀਂ ਹੈ, ਉਹਦੇ ਕੋਲ ਕੀ ਕੁਛ ਹੈ, ਤੂੰ ਚੈੱਕ ਨਹੀਂ ਕੀਤਾ। ਕਹਿੰਦੇ ਉਹਦੀ ਲੋੜ ਨਹੀਂ, ਅਸੀਂ ਬਹੁਤ ਕਮਾਉਂਦੇ ਹਾਂ, 90,000 ਸੈਲਰੀ ਮੇਰੀ ਹੈ, ਲਗਭਗ ਉਤਨੀ ਹੈ, ਸਾਨੂੰ ਉਹਦੇ ਘਰ ਦੇਖਣ ਦੀ ਕੀ ਲੋੜ ਹੈ, ਉਹਦੇ ਘਰ ਕੀ ਹੈ ਨਹੀਂ ਹੈ। ਹੁਣ ਜੀ ਵਿਆਹ ਹੋ ਗਿਆ, 2-3 ਮਹੀਨੇ ਠੀਕ ਚੱਲਿਆ, ਉਸ ਤੋਂ ਬਾਅਦ ਉਹਨੇ ਉਸ ਜਿਹਦੇ ਨਾਲ ਸੰਬੰਧ ਬਣਾਇਆ, ਜਿਹਦੇ ਨਾਲ ਵਿਆਹ ਕੀਤਾ, ਉਸ ਨੂੰ ਗਲਤ ਢੰਗ ਦੇ ਨਾਲ ਵਰਤਣਾ ਸ਼ੁਰੂ ਕਰ ਦਿੱਤਾ। 6 ਮਹੀਨੇ ਉਸ ਨੂੰ ਐਡਾ ਗਲਤ ਵਰਤਿਆ ਕਿ ਉਹ ਉੱਥੋਂ ਬੜੀ ਔਖੀ ਸੌਖੀ ਨਿਕਲ ਕੇ, ਕਿਉਂਕਿ ਕੈਦ ਰੱਖਦਾ ਸੀ, ਨੌਕਰੀ ਕਰਨ ਵਾਸਤੇ ਨਹੀਂ ਜਾਣ ਦਿੰਦਾ ਸੀ। ਉਹਨੂੰ ਪਤਾ ਚੱਲ ਗਿਆ ਉੱਥੇ ਜਦੋਂ ਵਿਆਹ ਤੋਂ ਬਾਅਦ ਪਤਾ ਲੱਗਿਆ ਵੀ ਮੁਸਲਮਾਨ ਪਰਿਵਾਰ ਹੈ, ਸਿੱਖ ਪਰਿਵਾਰ ਨਹੀਂ ਹੈ। ਇਹ ਐਵੇਂ ਹੀ ਇਹਨੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਯਾਦ ਕੀਤੀ ਸੀ, ਕੜਾ ਪਾਇਆ ਹੋਇਆ ਸੀ। ਜਦੋਂ ਉਹਨੂੰ ਪਤਾ ਚੱਲਿਆ ਨਾ, ਤੇ ਉਹ ਉੱਥੋਂ ਔਖੀ ਸੌਖੀ ਹੋ ਕੇ ਵਾਪਸ ਆ ਗਈ। ਪਰ ਉਨਾ ਚਿਰ ਉਹਦਾ ਪਰਿਵਾਰ ਸ਼ਰਮਿੰਦਾ ਹੋ ਕੇ, ਕਿਉਂਕਿ ਪਿਓ ਨੇ ਕਹਿ ਦਿੱਤਾ ਸੀ ਜੇ ਤੂੰ ਮੇਰੀ ਮਰਜ਼ੀ ਤੋਂ ਬਿਨਾਂ ਜਾਂ ਸਿੱਖ ਪਰਿਵਾਰ ਤੋਂ ਬਿਨਾਂ ਵਿਆਹ ਕਰਾਉਂਦੀ ਹੈ ਤੇ ਅੱਜ ਤੋਂ ਬਾਅਦ ਤੇਰਾ ਤੇ ਮੇਰਾ ਰਿਸ਼ਤਾ ਜਿਹੜਾ ਖ਼ਤਮ ਹੈ, ਤੂੰ ਮੇਰੀ ਧੀ ਨਹੀਂ, ਮੈਂ ਤੇਰਾ ਪਿਓ ਨਹੀਂ। ਔਰ ਮਾਤਾ ਪਿਤਾ ਸ਼ਰਮਿੰਦਾ ਹੋ ਕੇ, ਬਹੁਤ ਰਿਚ ਪਰਿਵਾਰ ਹੋਣ ਕਰਕੇ, ਲਖਨਊ ਤੋਂ ਪ੍ਰੋਪਰਟੀ ਵੇਚ ਕੇ ਕਿਤੇ ਹੋਰ ਥਾਂ 'ਤੇ ਚਲੇ ਗਏ, ਔਰ ਉਸਦਾ ਫੋਨ ਵੀ ਲੈਣਾ ਬੰਦ ਕਰ ਦਿੱਤਾ, ਉਹਦਾ ਫੋਨ ਵੀ ਕੋਈ ਨਹੀਂ ਸੀ ਚੱਕਦਾ। ਇਸ ਕਰਕੇ ਕਹਿੰਦੇ ਮੈਂ ਰੋਂਦੀ ਹਾਂ ਕਿ ਮਾਂ ਪਿਓ ਦੀ ਗੱਲ ਕਾਸ਼ ਕਿਤੇ ਮੰਨ ਲੈਂਦੀ, ਮੈਂ ਐਸੀ ਥਾਂ 'ਤੇ ਜਾ ਕੇ ਫਸ ਗਈ ਜਿੱਥੇ ਮੇਰੀ ਜ਼ਿੰਦਗੀ ਨਰਕ ਬਣ ਗਈ। ਇਸ ਕਰਕੇ ਸੁਹਾਗਣ ਸ਼ਬਦ ਨੂੰ, ਲਫ਼ਜ਼ਾਂ ਨੂੰ ਸਮਝਣ ਦੀ ਲੋੜ ਹੈ। ਸੁਹਾਗਣ ਉਹ ਧਰਮ ਨਾਲ ਵੀ ਜੁੜਿਆ ਹੈ, ਸੁਹਾਗਣ ਸਾਡੇ ਰਿਸ਼ਤਿਆਂ ਦੇ ਨਾਲ ਵੀ ਜੁੜਿਆ ਹੋਇਆ। ਉਹ ਫਿਰ ਉਹਨੇ ਮੇਰੇ ਨਾਲ ਗੱਲ ਕੀਤੀ ਵੀ ਹੁਣ ਪਰਿਵਾਰ ਦਾ ਮੈਨੂੰ ਨਹੀਂ ਪਤਾ ਵੀ ਮੇਰੇ ਮੰਮੀ ਡੈਡੀ ਕਿੱਥੇ ਰਹਿੰਦੇ।
बट मेरे नाल कोई गल नहीं करते, मेरे नाल रिश्ता टुट चुका, प्रॉपर्टी सारी बेच के जा चुके ने, कारोबार कित्थे सैट किया पता नहीं। पर मैनू इतना समझाया सी, मैं उन्होंने गल्लां याद कर करके गुरु साहब की हजूरी च आके रोनी हाँ भी मेरे नाल एक ही बनया भी गुरु साहब जी ने मेरी भूआ नूं गुरु साहब जी ने समझो मेरे कोल भेजिया सी। मैं हुण एहसास करदी इत्थे बैठ के भी काश अपनी भूआ की गल मन्नी हुंदी, अपने माता पिता की गल मन्नी हुंदी तां मेरे जीवन च ये प्रॉब्लम नहीं सी आनी। तो इतना जो दुख शरीरिक पीड़ा मैं हंडाई और मानसिक पीड़ा जो हंडाई, ये मैनू हंडाण की लोड़ ना पैंदी। गुरु साहब के बचनों के उत्ते भी मैं कदी कहते कदर नहीं की। हुक्मनामे भी पढ़ के जाती सी कि मन रे कौन कुमत है लीनी, पर दारा निंदिया रस रचियो राम भगत ना कीनी। पर गुरु के बचनों को मैं कमाया ही नहीं जीवन च। देखो स्त्री वास्ते भी पुरुष वास्ते भी है। जो गुरु साहब इत्थे बोलते हैं ना, समझ लो दोनों वास्ते लिखी हुई गल्लां ने, क्योंकि इस जग में पुरख एक है, होर सगली नार सवाई, असी सारियां स्त्रियां। तो इस करके ये चीज़ों समझने की लड़ है, क्योंकि मर्द तो स्त्री तो केवल परमात्मा ने उत्पत्ति वास्ते एक अपना एक नेम बनाया, एक सिस्टम बनाया, एक मर्यादा बनाई है, पर सानू ये गल्लां समझण की लड़ है। इस करके भगत रविदास जी गुरसिखो सानू समझाना चाहते हैं। महाराज कहते सैकी सार सुहागन जाना है, कहते प्रभु मिलाप की कदर खसम नाल प्यार करने वाली सुहागन ही जान सकती है। तज अभिमान सुख रलिया मन है, क्योंकि वो अहंकार छड़ के प्रभु चरणों के विच जुड़ के उसदे मिलाप का आनंद माणदी है। ये मिलाप भावें माता पिता नाल होवे, मिलाप पति पत्नी का होवे, मिलाप प्रभु का होवे, गुरु ते सिख का होवे। असी जदों मिलांगे तां ही सुख माणांगे, विछड़ के कदी भी असी सुखी नहीं हो सकते। भावें अपने परिवार तो विछड़ के, अपने रिश्तियों तो विछड़ के, गुरु की विचारधारा तो विछड़ के, उस रूहानी मुजस्मे तो विछड़ के जिहदी जीव आत्मा साडे तन विच है, जिसका दिता होया ये जीवन सानू मिलिया, उस तो विछड़ के असीं कदी सुखी नहीं हो सकते। तो सानू ये सारे रिश्तियों की कदर कदों आवेगी जदों असीं अहंकार छड्ड के और इस पासे बढ़ांगे। इस करके भगत जी कहते तज अभिमान सुख रलियां मन है। वो अहंकार छड्ड के ना प्रभु मिलाप दे कहते उसका आनंद माणदी, जुड़ के प्रभु मिलाप का आनंद माणदी है। फिर कहन लगे तन मन दे न अंतर रख है। वो की करती है, अपने पति परमात्मा नूं अपना तन ते मन दोनों सौंप देंदी है, अर्पण कर देंदी है, अपने खसम के हवाले कर देंदी है, ते प्रभु दे नालों कोई विथ नहीं रखती। कहते ने तन मन दे न अंतर रख है, अंतर दर्थ अंदर कोई विथ नहीं रखती, अंदर कोई डाउट नहीं उन्होंने जीवन के। साढ़े रिश्ते इदां दे होने चाहिए जिवें भगत रविदास जी कहते। फिर कहन लगे कहते अवरा देखना सुने अभागा। अवरा का अर्थ है होर किसी का आसरा नहीं तकदी, ना ही होर किसी मन प्रेरणा सुनती किसी की। सानू ये अज अपने बच्चों नूं गल्लां समझाउण दी लोड़ ने। ये केवल रब दीयां गल्लां नहीं, ये साडे जीवन का एक प्रैक्टिकल ज्ञान होना चाहिए, साडे जीवन के नेचर विच साडे होना चाहिए। क्योंकि जो असीं मत्था टेकते हैं ना, इत्थों ये ज्ञान लैके अपना नेचर घड़न की लोड़ है सानू सारिआं नूं। यही गल है ना जी। इस करके भगत जी अगे समझाण लगे, कहन लगे दुखी दुहागन दोए पुर हीनी पख हीनी जिन नहा निरंतर भगत ना कीनी। कहते जिहड़ी जीव स्त्री खसम की बंदगी की रस नहीं माणदी, उस तो बांझी है, वो हर वेले दुखी रहिंदी है। निरंतर का अर्थ एक रस। जे असी बिल्कुल दुखी है ना, तो सानू ये गल सारिआं एक गल अज मन के जानी चाहिए भी साडा कारण है कि असी अपने प्रभु नालों विछड़े हुए हैं। असी गुरु की गल नहीं मनते, मत्था जरूर टेकते हैं, इस करके दुखी हैं। दुखी दुहागन दोए पख हीनी, दोनों पक्षों तो हीन है, पाओ कि वह बंदगी नहीं करती तो छुट्टड़ की तरह वो दुखी रहिंदी है। जे नहा निरंतर भगत ना कीनी, ना वो निरंतर भगती करती है और ना ही कहते ने वो जीवन दे विच उस खसम दे नाल जुड़ी रहिंदी है। जिन नहा निरंतर भगत ना कीनी, नहा दा अर्थ खसम, निरंतर दा अर्थ एक रस। प्रभु की बंदगी विच एक रस नहीं रहिंदी, इस करके वो दुखी रहिंदी है, दुहागण वाला जीवन जीवती है। इत्थे भी दुखी ते अगे भी दुखी रहिंदी है। पुरस सलात का पंथ दुहेला, संग न साथी गवन अकेला। भगत जी कहते ने पुरसलात जीवन का यह रस्ता पुरसलात समान है मुसलमाना वीरां दे विच। पुरसलात की है कि एक पुल है, मुसलमानी ख्याल है कि यह पुल दोजक की अग वल जांदा है।
ਤੇ ਜਿਹੜਾ ਇਸ ਪੁਲ ਤੱਕ ਪਹੁੰਚ ਜਾਂਦਾ ਹੈ ਉਹ ਦੋਜਕ ਦੀ ਅੱਗ ਵਿੱਚ ਹੀ ਜਾਂਦਾ ਹੈ। ਉਹਨੂੰ ਕਹਿੰਦੇ ਪੁਰਸਲਾਦ ਕਾ ਪੰਥ ਦੁਹਿਲਾ, ਵੀ ਜਿਹੜਾ ਪੁਰਸਲਾਦ ਦੇ ਪੁਲ ਤੇ ਪਹੁੰਚ ਗਿਆ ਨਾ, ਚੜ ਗਿਆ ਉੱਥੇ ਜਾ ਕੇ, ਉਹ ਨਰਕ ਵਿੱਚ ਹੀ ਜਾਏਗਾ, ਦੋਜਕ ਵਿੱਚ ਹੀ ਜਾਏਗਾ, ਪਰ ਉਹ ਦੁਖੀ ਹੋਵੇਗਾ, ਉਹ ਕਦੀ ਸੁਖੀ ਨਹੀਂ ਹੋ ਸਕਦਾ। ਜਿਹੜਾ ਕਿ ਖਸਮ ਸੁਹਾਗਣ ਵਾਲੇ ਰਸਤੇ ਤੋਂ ਵਿਛੜ ਕੇ ਜੀਵੇਗਾ, ਗੁਰੂ ਕੀ ਵਿਚਾਰਧਾਰਾ ਤੋਂ ਵਿਛੜ ਕੇ ਜੀਵੇਗਾ, ਗੁਰੂ ਸਾਹਿਬ ਕਹਿੰਦੇ ਉਹ ਸੁਖੀ ਨਹੀਂ ਰਹਿ ਸਕਦਾ, ਉਹ ਬੜਾ ਔਖਾ ਜੀਵਨ ਜੀਵੇਗਾ, ਹਮੇਸ਼ਾ ਦੁਖੀ ਰਹੇਗਾ। ਤੇ ਸੰਗ ਨਾ ਸਾਥੀ ਰਹਿਣ ਅਕੇਲਾ, ਤੇ ਦੁੱਖਾਂ ਵਿੱਚ ਕੋਈ ਸੰਗੀ ਕੋਈ ਸਾਥੀ ਨਹੀਂ ਬਣਦਾ। ਜੀਵਨ ਸਵਰ ਸਾਰਾ ਪੈਂਦਾ, ਇਕੱਲਾ ਹੀ ਤੈਅ ਕਰਨਾ ਪੈਂਦਾ। ਸੁੱਖਾਂ ਦੇ ਸਾਥੀ ਨੇ, ਦੁੱਖ ਦਾ ਸਾਥੀ ਨਹੀਂ। ਅਸੀਂ ਵੀ ਜਿਤਨੇ ਵੀ ਯਤਨ ਕਰ ਰਹੇ ਨੇ, ਯਤਨ ਬਹੁਤ ਸੁੱਖ ਕੇ ਕੀਏ, ਦੁੱਖੋ ਕਿਉਂ ਨਾ ਕੋਈ। ਅਸੀਂ ਸੁੱਖ ਦੇ ਯਤਨ ਕਰ ਰਹੇ ਸਾਰੇ, ਦੁੱਖ ਵਾਸਤੇ ਕੋਈ ਯਤਨ ਨਹੀਂ। ਸਾਡਾ ਵੀ ਦੁੱਖ ਆਏਗਾ, ਉਸ ਵੇਲੇ ਅਸੀਂ ਉਸ ਦੁੱਖ ਨੂੰ ਕਿਵੇਂ ਚੱਲਾਂਗੇ? ਇਹ ਤਾਂ ਬਾਣੀ ਨੂੰ ਪੁੱਛਣਾ ਪਏਗਾ ਨਾ, ਵੀ ਮਹਾਰਾਜ ਜਦੋਂ ਸਾਡੇ ਜੀਵਨ 'ਚ ਦੁੱਖ ਆ ਗਿਆ, ਉਸ ਦੁੱਖ ਨੂੰ ਅਸੀਂ ਕਿਵੇਂ ਪਿੰਡੇ ਤੇ ਹੰਡਾਵਾਂਗੇ? ਉਹ ਵਿਚਾਰ ਤਾਂ ਅਸੀਂ ਕਰਦੇ ਨਹੀਂ। ਜਿਤਨੇ ਵੀ ਯਤਨ ਨੇ, ਪਾਠ ਪੂਜਾ ਸੁਖ ਵਾਸਤੇ, ਅਰਦਾਸਾਂ ਸੁਖ ਸ਼ਾਂਤੀ ਦੀਆਂ ਨੇ, ਕਦੀ ਇਹ ਅਰਦਾਸ ਨਹੀਂ ਮਹਾਰਾਜ ਜੇ ਤੂੰ ਬਾਣੀ 'ਚ ਲਿਖਿਆ ਕਿ ਕੇਤਿਆਂ ਦੁੱਖ ਉਗ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ, ਜੇ ਉਹ ਦਾਤ ਮੇਰੇ ਪੱਲੇ ਪੈ ਗਈ, ਉਹ ਤਾਂ ਕੋਈ ਪਤਾ ਨਹੀਂ ਨਾ ਕਿਹਦੇ ਪੱਲੇ ਪੈ ਜਾਣੀ ਹੈ। ਸਾਡੇ ਪੱਲੇ ਵੀ ਪੈ ਸਕਦੀ ਹੈ, ਕਿਉਂਕਿ ਸੁੱਖ ਦੁੱਖ ਦੋ ਦੇ ਕੱਪੜੇ ਨੇ ਨਾ, ਉਹ ਤਾਂ ਕੱਪੜੇ ਪਾਣੇ ਪੈਣੇ। ਤੇ ਉਹਦਾ ਇੰਤਜ਼ਾਮ ਕੀ ਹੈ? ਭਗਤ ਜੀ ਕਹਿੰਦੇ ਨੇ ਭਾਵ ਕਿ ਜੇ ਤੂੰ ਦੁੱਖਾਂ ਵਿੱਚ ਆ ਗਿਆ, ਤੂੰ ਉਸ ਪੁਲ ਦੇ ਉੱਤੇ ਚੜ ਗਿਆ, ਬੜਾ ਔਖਾ ਹੋਵੇਗਾ। ਜੀਵਨ ਦਾ ਰਸਤਾ ਪੁਰਸਲਾਦ ਦੇ ਸਮਾਨ ਹੈ। ਜੀਵਨ ਇੱਦਾਂ ਹੈ ਜਿਵੇਂ ਪੁਰਸਲਾਦ ਦਾ ਪੁਲ, ਭਾਵ ਕਿ ਜਿਹੜਾ ਦੋਜਕ ਵੱਲ ਜਾਂਦਾ ਹੈ। ਇਸ ਤਰ੍ਹਾਂ ਹੀ ਭਗਤ ਜੀ ਕਹਿੰਦੇ ਇਹ ਤੇਰੀ ਜ਼ਿੰਦਗੀ ਹੈ, ਮਨੁੱਖਾ ਜੀਵਨ ਹੈ। ਇਸ ਕਰਕੇ ਉੱਥੇ ਜਾ ਕੇ ਤੂੰ ਦੁਖੀ ਹੋਵੇਗਾ, ਔਰ ਉਸ ਦੁੱਖ ਦੇ ਵਿੱਚ ਕੋਈ ਸੰਗੀ ਸਾਥੀ ਨਹੀਂ ਬਣਦਾ। ਸੁਖ ਮੈਂ ਬਹੁਤ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਈ। ਇਹ ਸੱਚਾਈ ਹੈ। ਸੁਖ ਵਿੱਚ ਹਜ਼ਾਰ ਸਾਥੀ ਨੇ, ਪਰ ਦੁੱਖ ਵਿੱਚ ਤੁਹਾਡਾ ਕੋਈ ਸਾਥੀ ਨਹੀਂ। ਭਾਵੇਂ ਵੈਸੇ ਕੋਈ ਕਹਿ ਦੇਵੇ ਅਸੀਂ ਤੁਹਾਡੇ ਨਾਲ ਖੜੇ ਹਾਂ, ਉੱਪਰੋਂ ਉੱਪਰੋਂ ਬੰਦਾ ਕਹਿ ਦਿੰਦਾ, ਪਰ ਜੇ ਉਹਨੂੰ ਕਿਹਾ ਜਾਏ ਵੀ ਜਿਹੜਾ ਦੁੱਖ ਹੈ ਉਹ ਥੋੜਾ ਤੂੰ ਲੈ ਲੈ, ਨਹੀਂ। ਅਸੀਂ ਸਗਨ ਪਾਉਂਦੇ ਖੁਸ਼ੀ ਵਿੱਚ। ਕੋਈ ਬਿਮਾਰ ਹੋਵੇ ਉੱਥੇ ਜਾ ਕੇ ਪੈਸੇ ਨਹੀਂ ਦਿੰਦੇ, ਵੀ ਕੋਈ ਹਸਪਤਾਲ ਦੇ ਵਿੱਚ ਗਿਆ ਹੋਇਆ ਉੱਥੇ ਉਹਨੂੰ ਲੋੜ ਹੈ ਪੈਸੇ ਦੀ, ਉੱਥੇ ਸਗਨ ਨਹੀਂ ਪਾਉਂਦੇ। ਅਸੀਂ ਸੁੱਕੇ ਪਾਉਂਦੇ ਜਦੋਂ ਉਹਦੇ ਘਰ ਕੋਈ ਆਨੰਦ ਕਾਰਜ ਹੈ, ਕੋਈ ਵਿਆਹ ਹੈ, ਕੋਈ ਮਕਾਨ ਲਿਆ, ਹੋਰ ਕੰਮ ਗਿਆ, ਪਰ ਜਿੱਥੇ ਲੋੜ ਹੈ ਸਾਡੇ ਸਗਨ ਪਾਉਣ ਦੀ, ਉੱਥੇ ਅਸੀਂ ਕਰਦੇ ਨਹੀਂ। ਇਹਦਾ ਅਰਥ ਸਪਸ਼ਟ ਹੋ ਗਿਆ ਕਿ ਸੁੱਖ ਦੇ ਵਿੱਚ ਸੰਗੀ ਬਣਨੇ, ਕਿਤੇ ਦੁੱਖ ਵਿੱਚ ਅਸੀਂ ਮਦਦਗਾਰ ਨਹੀਂ ਬਣਦੇ। ਫਿਰ ਕਹਿਣ ਲੱਗੇ ਭਗਤ ਜੀ ਕਹਿੰਦੇ ਨੇ ਦੁਖੀਆ ਦਰਦਬੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਇਹ ਪ੍ਰਭੂ ਮੈਂ ਦੁਖੀ ਹਾਂ, ਮੈਂ ਦਰਦਬੰਦ ਹਾਂ। ਜਿਵੇਂ ਭਗਤ ਧੰਨਾ ਜੀ ਨੇ ਕਿਹਾ ਗੋਪਾਲ ਤੇਰਾ ਆਰਤਾ, ਆਰਤਾ ਦਾ ਅਰਥ ਹੈ ਲੋੜਵੰਦ, ਆਰਤਾ ਦਾ ਅਰਥ ਹੈ ਦੁਖੀ, ਦੁਖਿਆਰਾ। ਆਰਤਾ ਅੱਖਰ ਦੁਖਿਆਰੇ ਦਾ ਮਤਲਬ ਇਹਦਾ ਅਰਥ ਹੈ ਦੁਖਿਆਰਾ। ਆਰਤਾ ਦਾ ਅਰਥ ਕੋਈ ਆਰਤੀ ਆਰਤਾ ਨਹੀਂ ਹੈ। ਕਈ ਵਾਰੀ ਨਾ ਅਸੀਂ ਲੋਕ ਇੱਦਾਂ ਦੇ ਵਿਚਾਰ, ਮੈਂ ਤਾਂ ਕਥਾਵਾਚਕਾਂ ਨੂੰ ਸੁਣਦਾ ਹਾਂ ਆਪਣੇ ਪੰਥ ਦੇ, ਉਹ ਕਹਿੰਦੇ ਜੀ ਭਗਤ ਧੰਨਾ ਜੜ ਸੀ ਤੇ ਆਰਤਾ ਕਰਤਾ। ਲਓ ਜੀ ਬਾਕੀ ਭਗਤਾਂ ਨੇ ਆਰਤੀ ਕੀਤੀ, ਕੋਈ ਅਰਥ ਹੀ ਨਹੀਂ ਬਣਦਾ, ਕੋਈ ਸਿਰ ਨਹੀਂ, ਕੋਈ ਪੈਰ ਨਹੀਂ। ਬਾਣੀ ਵਿੱਚ ਤੇ ਆਰਤਾ ਅੱਖਰ ਕਈ ਥਾਵਾਂ ਤੇ ਵਰਤਿਆ। ਜਿਵੇਂ ਮੋਹਿ ਆਤੁਰ ਤੇਰੀ ਗਤ ਨਹੀਂ ਜਾਣੀ, ਤੂੰ ਆਪ ਕਰੇ ਪ੍ਰਤਪਾਲ। ਮੈਂ ਦੁਖਿਆਰਾ ਪਰ ਮੈਂ ਤੇਰੀ ਗਤ ਨੂੰ ਨਹੀਂ ਜਾਣਦਾ, ਵਾਹਿਗੁਰੂ ਤੂੰ ਆਪ ਹੀ ਸਾਡੀ ਪ੍ਰਤਪਾਲਨਾ ਕਰਦਾ। ਤੇ ਉੱਥੇ ਵੀ ਬਾਣੀ ਵਿੱਚ ਅੱਖਰ ਵਰਤਿਆ ਗਿਆ ਦੁਖਿਆਰਾ, ਲੋੜਵੰਦ। ਭਗਤ ਜੀ ਕਹਿੰਦੇ ਨੇ ਦੁਖੀਆ ਦਰਦਬੰਦ ਦਰ ਆਇਆ। ਮਹਾਰਾਜ ਮੈਂ ਦੁਖੀ ਹਾਂ, ਮੈਂ ਦਰਦਬੰਦ ਹਾਂ, ਤੇਰੇ ਦਰ ਤੇ ਆਇਆ। ਦੁਖੀ ਉਹਨੇ ਕਿੱਥੇ ਜਾਣੇ ਸੀ? ਗੁਰੂ ਕੋਲ ਆਉਂਦੇ ਆ। ਸੁੱਖ ਦੇ ਵਿੱਚ ਕਿਉਂ ਨਹੀਂ ਆਉਂਦੇ? ਸੁੱਖ ਦੇ ਵਿੱਚ ਸਹੂਲਤਾਂ ਨਹੀਂ ਆਉਂਦੇ ਨਹੀਂ। ਘਰ 'ਚ TV ਲੱਗਿਆ ਸੀ ਦਰਬਾਰ ਸਾਹਿਬ ਸੁਣ ਲੈਂਦੇ। ਕਈਆਂ ਨੂੰ ਕਹੀਦਾ ਵੀ ਗੁਰਦੁਆਰੇ ਬੈਠ ਕੇ ਜੋ ਗੱਲ ਸੁਣਨ ਦਾ ਆਨੰਦ ਹੈ, ਜੋ ਗੱਲ ਕਮਾਈ ਹੋ ਸਕਦੀ ਹੈ ਇੱਥੇ ਬੈਠ ਕੇ ਹੋ ਸਕਦੀ ਹੈ। TV ਅੱਗੇ ਬੈਠ ਕੇ ਕਮਾਈ ਨਹੀਂ ਹੋ ਸਕਦੀ। ਸੁਣੀ ਜਾ ਸਕਦੀ ਗੱਲ, ਕਮਾਈ ਨਹੀਂ ਜਾ ਸਕਦੀ। ਕਮਾਈ ਸੰਗਤ ਵਿੱਚੋਂ ਹੀ ਹੁੰਦੀ। ਉਚਾਰਨ ਕਰੋ ਸਤਨਾਮ। ਅਸੀਂ ਬੜੇ ਵੱਡੇ ਭੁਲੇਖੇ 'ਚ ਜੀ ਰਿਹਾ ਇਹਦਾ ਸਮਾਜ ਸਾਡਾ। ਅਸੀਂ ਤਾਂ ਬੰਗਲਾ ਸਾਹਿਬ ਲਾ ਲੈਂਦੇ ਸਵੇਰੇ ਉੱਠ ਕੇ ਜੀ, ਉਹ ਸੁੱਤੇ ਹੋਏ ਅਰਦਾਸ ਹੋ ਗਈ, ਸੁੱਤੇ ਹੁਕਮਨਾਮਾ ਹੋ ਗਿਆ, ਲੰਬੇ ਪੈਣ TV ਵੱਲ ਪੈਰ ਕਰਕੇ, ਇੱਕ ਪਾਸੇ ਅਸੀਂ ਮੱਥੇ ਟੇਕ, ਦੂਜੇ ਪਾਸੇ ਉੱਧਰ ਹੀ ਪੈਰ ਕੀਤੇ ਨੇ। ਕਿਤਨਾ ਕੁ ਸਤਿਕਾਰ ਕਰ। ਮੈਨੂੰ ਤਾਂ ਬੜਾ ਦੁੱਖ ਹੁੰਦਾ, ਘਰਾਂ ਚਾਹੀਦਾ ਲੋਕ ਲੰਬੇ ਪਏ ਨੇ TV ਵੱਲ ਪੈਰ ਕਰਕੇ। ਵੈਸੇ ਕਹਿੰਦੇ ਅਰਦਾਸ ਖੜੇ ਹੋ ਕੇ ਸੁਣਨੀ ਚਾਹੀਦੀ, ਉੱਥੇ ਘਰ ਪਏ। ਇੱਧਰ ਸੰਗਤ ਵਿੱਚ ਆਉਣ ਦਾ ਕੀ ਲਾਭ ਹੈ? ਵੀ ਸੰਗਤ ਦੀ ਮਰਿਆਦਾ ਸੰਗਤ ਵਿੱਚ ਆ ਕੇ ਹੀ ਨਿਭਾਈ ਜਾ ਸਕਦੀ ਹੈ। ਘਰ ਦੇ ਵਿੱਚ ਸੁਣਿਆ ਜਾ ਸਕਦਾ, ਕਮਾਇਆ ਨਹੀਂ ਜਾ ਸਕਦਾ। ਇਸ ਕਰਕੇ ਭਗਤ ਜੀ ਕਹਿੰਦੇ ਮੈਂ ਦਰਦਬੰਦ ਹਾਂ, ਮੈਂ ਦੁਖੀ ਹਾਂ, ਤੇਰੇ ਦਰ ਤੇ ਆਇਆ ਹਾਂ, ਬਹੁਤ ਪਿਆਸ ਜਵਾਬ ਨਾ ਪਾਇਆ। ਮੈਨੂੰ ਤੇਰੇ ਦਰਸ਼ਨਾਂ ਦੀ ਬੜੀ ਤਾਂਘ ਹੈ, ਪਰ ਤੇਰੇ ਦਰ ਤੋਂ ਕੋਈ ਉੱਤਰ ਨਹੀਂ ਮਿਲਦਾ। ਵੀ ਤੇਰਾ ਦਰਸ਼ਨ ਕਿਵੇਂ ਹੋਏਗਾ, ਤੇਰੇ ਨਾਲ ਕਿਵੇਂ ਮਿਲਾਂਗਾ?
ਇਹ ਜਵਾਬ ਨਹੀਂ ਮਿਲਦਾ। ਭਗਤ ਰਵਿਦਾਸ ਜੀ ਕਹਿੰਦੇ ਹਾਂ ਦੁਖੀਆ, ਮੇਰੇ ਅੰਦਰ ਤੇਰੇ ਦਰਸ਼ਨਾਂ ਦੀ ਤਾਂਘ ਜਾਗੀ ਅੰਦਰ ਕਿ ਮੈਂ ਤੇਰੇ ਦਰਸ਼ਨ ਕਰਨਾ ਚਾਹੁੰਦਾ। ਜਿਵੇਂ ਕਿ ਮਹਾਰਾਜ ਕਹਿੰਦੇ ਦਰਸ ਪਿਆਸੀ, ਦਰਸ਼ਨਾਂ ਦੀ ਪਿਆਸੀ ਕਿ ਦਰਸ਼ਨ ਪਿਆਸੀ ਦਿਨਸ ਰਾਤ। ਇਸ ਤਰ੍ਹਾਂ ਦੇ ਬਹੁਤ ਸਾਰੇ ਗੁਰਬਾਣੀ ਦੇ ਫਰਮਾਨ ਨੇ ਜਿੱਥੇ ਕਿ ਮਹਾਰਾਜ ਨੇ ਦਰਸ਼ਨਾਂ ਦੀ ਮੰਗ ਕੀਤੀ ਹੈ। ਭਗਤ ਜੀ ਕਹਿੰਦੇ ਨੇ ਹੈ ਤਾਂ ਸਹੀ ਤੇਰੇ ਦਰਸ਼ਨਾਂ ਦੀ ਤਾਂਘ, ਪਰ ਤੇਰੇ ਦਰ ਤੇ ਕੋਈ ਜਵਾਬ ਨਹੀਂ ਮਿਲਦਾ। ਆਇਆ ਬੜਾ ਦੁਖੀ ਹਾਂ, ਦਰਦਮੰਦ ਹਾਂ, ਕਿਉਂਕਿ ਤੇਰੇ ਦਰਸ਼ਨਾਂ ਤੋਂ ਬਿਨਾਂ ਹੀ ਦੁਖੀ ਹਾਂ। ਤੇਰੇ ਦਰਸ਼ਨ ਹੋ ਗਏ, ਤੇਰੇ ਨਾਲ ਜੁੜ ਗਿਆ, ਫਿਰ ਸਾਰੇ ਦੁੱਖ ਖਤਮ ਨੇ। ਦਰਸ਼ਨ ਸਭ ਲਫ਼ਜ਼ ਨੂੰ ਵੀ ਸਾਨੂੰ ਸਮਝ ਲੈਣਾ ਚਾਹੀਦਾ ਹੈ। ਇੱਕ ਹੈ ਦੀਦਾਰ, ਇੱਕ ਹੈ ਦਰਸ਼ਨ। ਦੀਦਾਰ ਜਦੋਂ ਤੁਸੀਂ ਮੱਥਾ ਟੇਕਦੇ ਹੋ ਤਾਂ ਇਹਨਾਂ ਅੱਖਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੇ ਹੋ। ਦਰਸ਼ਨ ਹੈ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ। ਜਿਵੇਂ ਕਹਿੰਦੇ ਦਰਸ਼ਨ ਸ਼ਾਸਤਰ, ਦਰਸ਼ਨ ਦਾ ਅਰਥ ਹੁੰਦਾ ਹੈ ਵਿਚਾਰਧਾਰਾ। ਦਰਸ਼ਨ ਇਹ ਅੱਖਾਂ ਵਾਲੇ ਨੇਤਰ ਨਹੀਂ ਹਨ। ਦਰਸ਼ਨ ਰੁਮਾਲਾ ਚੱਕ ਕੇ ਗੁਰੂ ਸਾਹਿਬ ਨੂੰ ਦੇਖਣ ਵਾਲਾ ਸਬਜੈਕਟ ਨਹੀਂ ਹੈ। ਜੇ ਆਪਾਂ ਕਹਿੰਦੇ ਦਰਸ਼ਨ ਕਰਾ ਦਿਓ, ਨਹੀਂ, ਦਰਸ਼ਨ ਤਾਂ ਗੁਰੂ ਕੀ ਗੱਲ ਨੂੰ ਸੁਣ ਕੇ ਕਮਾਣਾ ਹੈ। ਲਾਸਟ ਪੰਕਤੀਆਂ 'ਚ ਕਹਿੰਦੇ ਹੈ ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜੋ ਜਾਨੋ ਤਿਉ ਕਰ ਗਤ ਮੇਰੀ। ਭਗਤ ਰਵਿਦਾਸ ਜੀ ਕਹਿੰਦੇ ਹੇ ਪ੍ਰਭੂ, ਰਵਿਦਾਸ ਜੀ ਆਖਦੇ ਨੇ ਹੇ ਪ੍ਰਭੂ, ਹੇ ਰੱਬ, ਮੈਂ ਤੇਰੀ ਸ਼ਰਨ ਆਇਆ ਹਾਂ। ਜਿਵੇਂ ਹੋ ਸਕੇ ਤਿਵੇਂ ਮੇਰੀ ਹਾਲਤ ਸਵਾਰ ਦੇ, ਜਿੱਦਾਂ ਤੂੰ ਸਵਾਰ ਸਕਦਾ, ਕਿਉਂਕਿ ਤੇਰੇ ਹੱਥ ਦੇ ਵਿੱਚ ਸਾਰੀਆਂ ਤਾਕਤਾਂ ਨੇ। ਜਿਵੇਂ ਤੂੰ ਮੇਰੀ ਜੀਵਨ ਦੀ ਹਾਲਤ ਸੋਹਣੀ ਬਣਾ ਸਕਦਾ, ਮੇਰੇ ਜੀਵਨ ਨੂੰ ਸਵਾਰ ਸਕਦਾ, ਮੇਰੇ ਉੱਤੇ ਕਿਰਪਾ ਕਰ, ਮੇਰੀ ਜ਼ਿੰਦਗੀ ਸੋਹਣੀ ਬਣਾ ਦੇ। ਮੈਂ ਸਾਰੇ ਦੁਆਰ ਛੱਡ ਕੇ, ਸਾਰੇ ਭਰੋਸੇ ਛੱਡ ਕੇ ਮੈਂ ਤੇਰੇ ਦਰ ਤੇ ਆਇਆ। ਪਿਆਰ ਵਾਲੇ ਗੁਰਸਿੱਖੋ, ਜਦੋਂ ਅਸੀਂ ਇਹ ਵਿਚਾਰਧਾਰਾ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਆਵਾਂਗੇ, ਗੁਰੂ ਸਾਹਿਬ ਨੂੰ ਆਖਾਂ ਵੀ ਸੱਚੇ ਪਾਤਸ਼ਾਹ ਜਿਵੇਂ ਤੁਸੀਂ ਮੇਰੇ ਜੀਵਨ ਨੂੰ ਸਵਾਰਨਾ, ਤੁਸੀਂ ਕਿਰਪਾ ਕਰੋ। ਇਹ ਅਰਦਾਸ ਕਰਿਆ ਕਰੋ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਮਾਤੀ, ਰਾਮ ਗੁਸਈਆਂ ਜੀ ਕੇ ਜੀਵ ਨਾ ਮੋਹਿ ਨਾ ਵਿਸਾਰੋ, ਮੈਂ ਜਨ ਤੇਰਾ ਮੈਨੂੰ ਨਾ ਭੁਲਾਈ, ਮੈਂ ਤੇਰਾ ਸੇਵਕ ਹਾਂ। ਇਤਨੀਆਂ ਬੇਨਤੀਆਂ ਅੱਜ ਦੇ ਦੀਵਾਨ 'ਚ ਪ੍ਰਵਾਨ। ਸਾਰਿਆਂ ਦਾ ਧੰਨਵਾਦ। ਬੜੇ ਪ੍ਰੇਮ ਨਾਲ ਗੁਰੂ ਕੇ ਬਚਨਾਂ ਨੂੰ ਆਪ ਜੀ ਨੇ ਸਰਵਣ ਕੀਤਾ। ਬੋਲਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ, ਦਾਸ ਦੀ ਝੋਲੀ 'ਚ ਪਾ ਜਾਣਾ। ਗੁਰੂ ਕੇ ਗਿਆਨ ਗੁਰਮਤਿ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ, ਤਾਂ ਕਿ ਸਾਡੇ ਤੇ ਸਾਡੇ ਪਰਿਵਾਰ ਦਾ ਭਵਿੱਖ ਸੋਹਣਾ ਬਣ ਸਕੇ। ਗੁਰੂ ਕੇ ਬਚਨਾਂ ਦੀ ਕਮਾਈ ਕਰਕੇ ਜੀਵਨ ਵਿੱਚ ਆਤਮਿਕ ਸੁੱਖ ਆਪਾਂ ਸਾਰੇ ਹਾਸਲ ਕਰ ਸਕੀਏ। ਫਤਿਹ ਦੀ ਸਾਂਝ ਕਰੋ ਪਿਆਰ ਨਾਲ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।